ਸ਼੍ਰੀ ਨਾਨਕ ਪਦ ਪੰਕਜ ਬੰਧਨ ਪਦ ਪੰਕਜ ਬੰਧਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਸ਼੍ਰੀ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਹਰ ਗੋਬਿੰਦ ਸੁਭ ਸਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਧਰੋਂ ਤਰਾ ਪਰ ਪੁਨ ਪੁਨ ਸੀਸਾ ਵਾਹਿਗੁਰੂ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਤ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਲੱਖ ਕਰ ਸਭ ਹਰ ਕੀ ਵਡਿਆਈ। ਹਿਰਦੇ ਗਰੀਬੀ ਚੂਰਨ ਪਖਾਈ। ਜੁਗ ਜੁਗ ਅਟਲ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਭਰੇ ਸਤਿਕਾਰਯੋਗ ਸਤਸੰਗੀ ਜਨੋ, ਦੋਵੇਂ ਹੱਥ ਜੋੜ ਕੇ ਸਾਹਿਬਾਂ ਨੂੰ ਸੀਸ ਝੁਕਾਉਂਦੇ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਜੀ ਦੀ ਰਹਿਮਤ ਦੇ ਸਦਕਾ ਇਹ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ ਕਿ ਅਸੀਂ ਰੋਜ਼ਾਨਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ, ਜਿੱਥੇ ਸਤਿਗੁਰਾਂ ਜੀ ਦੀ ਪਾਵਨ ਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕਰਦੇ ਹਾਂ, ਉਪਰੰਤ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਦੇ ਬਾਬਤ ਇਤਿਹਾਸ ਸਰਵਣ ਵੀ ਕਰਦੇ ਹਾਂ। ਪਿਛਲੇ ਕੁਝ ਦਿਨਾਂ ਤੋਂ ਅਸੀਂ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਪੂਰਵ ਰਾਧ ਅਧਿਆਇ 13ਵੇਂ ਦਾ ਪ੍ਰਸੰਗ ਆਰੰਭ ਕੀਤਾ ਸੀ, ਜਿਸ ਦੇ ਪਰਥਾਏ ਗੁਰੂ ਘਰ ਦੇ ਕੀਰਤਨੀਏ ਭਾਈ ਸਾਹਿਬ ਉਹਨਾਂ ਨੇ ਵੀ ਜੋ ਆਪ ਜੀ ਦੇ ਨਾਲ ਸ਼ਲੋਕ ਕੀਰਤਨ ਰੂਪ ਦੇ ਵਿੱਚ ਸਾਂਝਾ ਕੀਤਾ ਹੈ, ਉਹੀ ਸ਼ਲੋਕ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਹੜਾ ਵੈਦ ਉਹਨਾਂ ਦੇ ਇਲਾਜ ਕਰਨ ਦੇ ਵਾਸਤੇ ਆਉਂਦਾ ਹੈ, ਉਸ ਦੇ ਬਾਬਤ ਵੀ ਇਹ ਸ਼ਲੋਕ ਉਚਾਰਨ ਕਰਦੇ ਨੇ। ਤੇ ਇਸੇ ਪ੍ਰਥਾਏ ਜਦੋਂ ਵੈਦ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਕੋਲੋਂ ਇਹ ਸ਼ਬਦ ਸਰਵਣ ਕਰਦਾ ਹੈ ਤਾਂ ਉਸ ਨੂੰ ਵੀ ਆਪਣੇ ਮਨ ਦੇ ਰੋਗ ਦੀ ਪਹਿਚਾਣ ਹੁੰਦੀ ਹੈ ਕਿ ਜਿਹੜਾ ਮੇਰਾ ਮਨ ਹੈ ਉਹ ਕਿਹੜੇ ਰੋਗ ਦਾ ਸ਼ਿਕਾਰ ਹੈ। ਆਇਆ ਤਾਂ ਵੈਦ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਇਲਾਜ ਕਰਨ ਦੇ ਵਾਸਤੇ ਸੀ, ਪਰ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆਇਆ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਉਸ ਨੂੰ ਉਸ ਦਾ ਅਸਲ ਚਿਹਰਾ ਦਿਖਾਇਆ
ਉਸ ਦੇ ਮਨ ਦੀ ਮੈਲ ਦਿਖਾਈ, ਉਸ ਦੇ ਮਨ ਨੂੰ ਲੱਗੇ ਹੋਏ ਰੋਗ ਉਸ ਨੂੰ ਦਿਖਾਉਣਾ ਕੀਤੇ, ਜਿਸ ਦੇ ਨਾਲ ਵੈਦ ਇਸ ਗੱਲ ਦੇ ਵਿੱਚ ਵੀ ਰਾਜੀ ਹੋ ਗਿਆ ਵੀ ਹਾਂ ਜੀ ਮੈਂ ਇਹਨਾਂ ਰੋਗਾਂ ਦਾ ਸ਼ਿਕਾਰ ਹਾਂ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਅੱਗੇ ਫਰਿਆਦ ਕਰਦਾ ਵੀ ਮੈਨੂੰ ਇਸ ਰੋਗ ਦਾ ਇਲਾਜ ਦੱਸਿਆ ਜਾਵੇ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਫਿਰ ਹੁਣ ਉਸ ਵੈਦ ਨੂੰ ਬਖਸ਼ਿਸ਼ਾਂ ਫਰਮਾਉਂਦੇ ਨੇ। ਕੁਝ ਕੁ ਵਿਚਾਰਾਂ ਅਸੀਂ ਉਸ ਬਾਬਤ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਰਵਣ ਕਰ ਚੁੱਕੇ ਹਾਂ, ਜਿਸ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਮਨੁੱਖ ਦੇ ਮਨ ਦੀ ਦਸ਼ਾ ਬਿਆਨ ਕਰਦੇ ਹੋਏ ਸਮਝਾਉਣਾ ਕਰਦੇ ਨੇ ਕਿ ਮਨੁੱਖ ਆਮ ਤੌਰ ਦੇ ਉੱਤੇ ਆਪਣੇ ਜੀਵਨ ਦੇ ਵਿੱਚ ਕਿਸੇ ਦੂਸਰੇ ਦੀ ਵਡਿਆਈ ਹੁੰਦੀ ਦੇਖ ਕੇ, ਕਿਸੇ ਦੂਸਰੇ ਦੇ ਜੀਵਨ ਵੱਲ ਦੇਖ ਕੇ ਮਨ ਦੇ ਵਿੱਚ ਕਈ ਵਾਰੀ ਹਉਮੈ ਈਰਖਾ ਦੀ ਭਾਵਨਾ ਪੈਦਾ ਕਰ ਲੈਂਦਾ ਹੈ, ਜਿਸ ਦੇ ਨਾਲ ਉਸ ਦੇ ਮਨ ਦੇ ਵਿੱਚ ਵਿਕਾਰ ਪੈਦਾ ਹੋ ਜਾਂਦੇ ਨੇ ਤੇ ਮਨੁੱਖ ਮਨ ਕਰਕੇ ਇਹਨਾਂ ਵਿਕਾਰਾਂ ਦਾ ਸ਼ਿਕਾਰ ਹੋ ਜਾਂਦਾ। ਤੇ ਫਿਰ ਪਾਤਸ਼ਾਹ ਜੀ ਨੇ ਇਹ ਵੀ ਸਮਝਾਉਣਾ ਕੀਤਾ ਸੀ ਕਿ ਹੇ ਭਾਈ, ਜੇਕਰ ਤੁਸੀਂ ਸਮਾਜ ਦੇ ਵਿੱਚ ਵਿਚਰਦੇ ਹੋਏ ਜਿਵੇਂ ਤੁਸੀਂ ਦੁਨਿਆਵੀ ਤੌਰ ਦੇ ਉੱਤੇ ਆਪਣੇ ਸੱਜਣ ਮਿੱਤਰ ਬਣਾਏ ਹੋਏ ਨੇ, ਤੁਹਾਡੇ ਮਿੱਤਰ ਨੇ, ਤੁਹਾਨੂੰ ਔਖੇ ਵੇਲੇ ਦੇ ਵਿੱਚ ਜਿਹੜਾ ਤੁਹਾਡਾ ਸੱਚਾ ਮਿੱਤਰ ਹੈ ਤੁਹਾਨੂੰ ਔਖੇ ਵੇਲੇ ਡੋਲਣ ਨਹੀਂ ਦਿੰਦਾ, ਤੁਹਾਡਾ ਸਾਥ ਦਿੰਦਾ, ਤੁਹਾਡੀ ਹਰ ਮੁਸ਼ਕਲ ਦਾ ਹੱਲ ਕਰਨ ਦਾ ਯਤਨ ਕਰਦਾ। ਕਹਿੰਦੇ ਇਸੇ ਤਰ੍ਹਾਂ ਆਪਣੇ ਜੀਵਨ ਦੇ ਵਿੱਚ ਜੇਕਰ ਤੁਸੀਂ ਚੰਗੇ ਗੁਣਾਂ ਨੂੰ ਆਪਣਾ ਮਿੱਤਰ ਬਣਾ ਲਿਆ ਤਾਂ ਜਦੋਂ ਤੁਹਾਡੇ ਜੀਵਨ ਦੇ ਵਿੱਚ ਕਿਤੇ ਵਿਕਾਰਾਂ ਰੂਪੀ ਮਨ ਕਰਕੇ ਤੁਹਾਡਾ ਔਖਾ ਸਮਾਂ ਆਵੇਗਾ ਨਾ, ਇਹ ਚੰਗੇ ਗੁਣ ਤੁਹਾਡਾ ਮਿੱਤਰ ਬਣ ਕੇ ਤੁਹਾਡਾ ਸਾਥ ਦੇਣਗੇ, ਤੁਹਾਡਾ ਮਿੱਤਰ ਬਣ ਕੇ ਤੁਹਾਡਾ ਸਾਥ ਦੇਣਗੇ। ਤੇ ਫਿਰ ਜਦੋਂ ਤੁਹਾਡੇ ਸਾਹਮਣੇ ਕੋਈ ਕਿਸੇ ਦੀ ਪਰਾਈ ਚੀਜ਼ ਦੇਖੋਗੇ ਨਾ, ਤੁਸੀਂ ਕਿਸੇ ਦੇ ਪਰਾਏ ਧਨ ਵੱਲ ਦੇਖੋਗੇ, ਪਰਾਏ ਧਨ ਵੱਲ ਦੇਖੋਗੇ ਤਾਂ ਤੁਹਾਡੇ ਜੀਵਨ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਵਿਕਾਰ ਪੈਦਾ ਨਹੀਂ ਹੋਵੇਗਾ। ਪਾਤਸ਼ਾਹ ਜੀ ਨੇ ਇਹ ਵੀ ਸਮਝਾਉਣਾ ਕੀਤਾ ਕਿ ਦੁਨੀਆ ਦੇ ਉੱਤੇ ਇਹੋ ਜਿਹਾ ਕੋਈ ਰੋਗ ਨਹੀਂ ਜਿਹਦਾ ਇਲਾਜ ਨਾ ਕੀਤਾ ਜਾ ਸਕੇ, ਜਾਂ ਜਿਹਦਾ ਇਲਾਜ ਜਾਂ ਜਿਹਦੀ ਦਵਾ ਦਾਰੂ ਇਸ ਸੰਸਾਰ ਦੇ ਵਿੱਚ ਉਪਲਬਧ ਨਾ ਹੋਵੇ। ਬਸ ਲੋੜ ਹੈ ਸਾਨੂੰ ਸਮਝਣ ਦੀ ਵੀ ਅਸਲ ਦੇ ਵਿੱਚ ਰੋਗ ਹੈ ਕਿਹੜਾ। ਜਦੋਂ ਉਸ ਰੋਗ ਦੀ ਜੜ ਤੱਕ ਜਾਣ ਦਾ ਯਤਨ ਕਰਾਂਗੇ, ਜਦੋਂ ਉਸ ਰੋਗ ਦੀ ਜੜ ਹੀ ਪੁੱਟੀ ਗਈ ਤਾਂ ਰੋਗ ਦੀ ਕੀ ਮਜਾਲ ਵੀ ਸਾਡੇ ਸਰੀਰ ਨੂੰ ਜਾਂ ਸਾਡੇ ਮਨ ਨੂੰ ਗਾਲ ਸਕੇ। ਇਸ ਦੇ ਬਾਬਤ ਅਸੀਂ ਕੱਲ੍ਹ ਦੇ ਦੀਵਾਨਾਂ ਵਿੱਚ ਇੱਥੋਂ ਤੱਕ ਵਿਚਾਰ ਸਰਵਣ ਕਰ ਚੁੱਕੇ ਹਾਂ ਕਿ ਪਾਤਸ਼ਾਹ ਜੀ ਉਸ ਵੈਦ ਨੂੰ ਸਮਝਾਉਂਦੇ ਨੇ ਵੀ ਭਾਈ ਆਪਣੇ ਜੀਵਨ ਦੇ ਵਿੱਚ ਚੰਗੇ ਗੁਣਾਂ ਨੂੰ ਆਪਣਾ ਮਿੱਤਰ ਬਣਾ ਲਾ ਤਾਂ ਬੁਰਾਈਆਂ ਤੇਰਾ ਆਪਣੇ ਆਪ ਖਹਿੜਾ ਛੱਡ ਦੇਣਗੀਆਂ, ਤੂੰ ਅਰੋਗ ਹੋ ਜਾਵੇਂਗਾ। ਇੱਥੋਂ ਤੱਕ ਵਿਚਾਰ ਅਸੀਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰ ਚੁੱਕੇ ਹਾਂ। ਆਓ ਰਹਿੰਦੀਆਂ ਵਿਚਾਰਾਂ ਆਰੰਭ ਕਰਨ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੀਸ ਝੁਕਾਉਂਦਿਆਂ ਹੋਇਆਂ ਦੋਵੇਂ ਹੱਥ ਜੋੜ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਜਾਪ ਕਰੀਏ ਜੀ। ਆਪਣੀ ਰਸਾਂ ਤੋਂ ਉਚਾਰਨ ਕਰੀਏ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਜੋ ਮਿੱਤਰਨ ਸੁਖ ਲਖ ਕਰ ਸੁਖੀਆ, ਤੈਸੀ ਬ੍ਰਿਤ ਸਭਨ ਸੋ ਰਖੀਆ। ਤੇ ਪਾਤਸ਼ਾਹ ਜੀ ਆਖਦੇ ਨੇ ਉਸ ਵੈਦ ਨੂੰ, ਆਪ ਜੀ ਦੇ ਨਾਲ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਵੀ ਵਿਚਾਰ ਇਹ ਸਾਂਝੇ ਕੀਤੇ ਸਨ ਕਿ ਆਪਣੇ ਜੀਵਨ ਦੇ ਵਿੱਚ ਅਸੀਂ ਚੰਗੇ ਗੁਣਾਂ ਨੂੰ ਮਿੱਤਰ ਬਣਾਉਣਾ, ਚੰਗੇ ਗੁਣਾਂ ਦੀ ਸਾਂਝ ਕਰਨੀ ਹੈ। ਜਿੱਥੇ ਕਿਤੇ ਵੀ ਜਾਈਏ, ਚਾਹੇ ਕਿੰਨਾ ਵੀ ਸਮਾਜ ਦੇ ਵੱਲੋਂ ਉਹ ਫਟਕਾਰਿਆ ਹੋਇਆ ਮਨੁੱਖ ਹੋਵੇ, ਪਰ ਜੇਕਰ ਸਾਨੂੰ ਉਸ ਦੇ ਵਿੱਚੋਂ ਵੀ ਕੁਝ ਚੰਗਾ ਸਿੱਖਣ ਨੂੰ ਮਿਲੇ ਤਾਂ ਸਾਨੂੰ ਚੰਗਿਆਈ ਧਾਰਨ ਕਰ ਲੈਣੀ ਚਾਹੀਦੀ ਹੈ। ਤੇ ਇਸੇ ਤਰ੍ਹਾਂ ਕੱਲ ਵੀ ਬੇਨਤੀ ਕੀਤੀ ਸੀ ਵੀ ਭਾਈ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਜੀਵਨ ਦੇ ਵਿੱਚ ਵੈਦ ਨੂੰ ਸਮਝਾਉਂਦੇ ਨੇ ਨਾ, ਆਪਣੇ ਮਨ ਦੇ ਵਿੱਚ ਇਹ ਕਰਕੇ ਜਾਣੀਏ ਵੀ ਵੈਦ ਦੀ ਜਗ੍ਹਾ ਅਸੀਂ ਬੈਠੇ ਹੋਏ ਹਾਂ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਾਨੂੰ ਉਪਦੇਸ਼ ਕਰ ਰਹੇ ਨੇ, ਤਾਂ ਸਾਨੂੰ ਸੌਖੇ ਤਰੀਕੇ ਦੇ ਨਾਲ ਸਾਰੀ ਵਿਚਾਰ ਜਿਹੜੀ ਹੈ ਸਮਝ ਆ ਜਾਵੇਗੀ ਜਦੋਂ ਅਸੀਂ ਆਪਣੇ ਆਪ ਨੂੰ ਵੈਦ ਦੀ ਜਗ੍ਹਾ ਰੱਖ ਕੇ ਸਮਝਣ ਦਾ ਯਤਨ ਕਰਾਂਗੇ। ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੁਕਤਾ ਇੱਕ ਸਾਂਝਾ ਕਰਦੇ ਨੇ, ਭਾਈ ਜੇਕਰ ਤੂੰ ਜੀਵਨ ਦੇ ਵਿੱਚ ਸੁੱਖ ਪ੍ਰਾਪਤ ਕਰਨਾ ਚਾਹੁੰਦਾ ਹੈ, ਜੋ ਮਿੱਤਰਨ ਸੁਖ ਲਖ ਕਰ ਸੁਖੀਆ। ਕਹਿੰਦੇ ਜਿਵੇਂ ਤੂੰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਮਿਲ ਕੇ ਸੁੱਖ ਪ੍ਰਾਪਤ ਕਰਦਾ ਹੈ ਨਾ, ਅਸੀਂ ਜੀਵਨ ਦੇ ਵਿੱਚ ਦੇਖਦੇ ਹਾਂ ਕਈ ਵਾਰੀ ਅਸੀਂ ਕਿਸੇ ਪਰੇਸ਼ਾਨੀ ਦੇ ਕਾਰਨ ਸਾਡਾ ਜਿਹੜਾ ਮੂਡ ਹੈ, ਸਾਡਾ ਜਿਹੜਾ ਸੁਭਾਅ ਹੈ, ਉਸ ਦੇ ਵਿੱਚ ਕੁਝ ਨਾ ਕੁਝ ਤਬਦੀਲੀ ਆਈ ਹੁੰਦੀ। ਕੋਈ ਪਰੇਸ਼ਾਨੀਆਂ ਹੁੰਦੀਆਂ ਨੇ,
घर के हालात ਜਾਂ होर किसी भी कारण करके साडा सुभाਅ जिहड़ा है वो बदल जाता। पर जदों असीं अपने सच्चे मित्रां दे कोल जाके बैठदे हां तां अपणीਆਂ परेशानियां अपणीਆਂ मुश्किलां नूं असीं भुੱਲ ਜਾਂਦੇ हां ते असीं उहनां दे नाल हੱਸਣ ਖੇਡਣ ਲੱਗ ਪੈਂਦੇ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਹ ਦੁਨਿਆਵੀ ਨੁਕਤੇ ਵਰਤ ਕੇ ਵੈਦ ਨੂੰ ਸਮਝਾਉਂਦੇ ਨੇ ਵੀ ਜਿਵੇਂ ਤੂੰ ਆਪਣੇ ਸੱਜਣਾ ਮਿੱਤਰਾਂ ਦੇ ਵਿੱਚ ਜਾ ਕੇ ਸੁੱਖ ਭੋਗਦਾ ਹੈ ਨਾ, ਤੈਨੂੰ ਲੱਗਦਾ ਵੀ ਮੇਰੇ ਇਹ ਜਿਹੜੇ ਸੱਜਣ ਨੇ ਇਹ ਮੇਰੇ ਨਾਲ ਰਹਿਣ ਵਾਲੇ ਨੇ, ਮੈਨੂੰ ਇਹਨਾਂ ਦੇ ਨਾਲ ਖੁਸ਼ੀ ਪ੍ਰਾਪਤ ਹੁੰਦੀ ਹੈ। ਮੈਂ ਇਹਨਾਂ ਦੇ ਨਾਲ ਜਦੋਂ ਹੁੰਨਾ ਆਪਣੀਆਂ ਮੁਸ਼ਕਲਾਂ ਆਪਣੀਆਂ ਪਰੇਸ਼ਾਨੀਆਂ ਨੂੰ ਭੁੱਲ ਜਾਂਦਾ, ਇਹਨਾਂ ਦੇ ਨਾਲ ਰਹਿ ਕੇ ਮੇਰਾ ਜੀਵਨ ਚੰਗੇ ਤਰੀਕੇ ਦੇ ਨਾਲ ਉਹ ਸਮਾਂ ਬਤੀਤ ਹੋ ਜਾਂਦਾ ਤੇ ਮੈਂ ਸੁੱਖ ਭੋਗਦਾ ਹਾਂ। ਤੇ ਇਸੇ ਤਰ੍ਹਾਂ ਪਾਤਸ਼ਾਹ ਜੀ ਆਖਦੇ ਨੇ ਤੈਸੀ ਬ੍ਰਿਤ ਸਵਣ ਸੋ ਰਖੀਆਂ। ਕਹਿੰਦੇ ਇਹ ਅਜਿਹੀ ਬਿਰਤੀ ਜਿਵੇਂ ਤੂੰ ਆਪਣੇ ਮਿੱਤਰਾਂ ਦੇ ਨਾਲ ਵਿਚਰਦਾ ਹੈ, ਜਿਹੋ ਜਿਹਾ ਵਿਵਹਾਰ ਆਪਣੇ ਸੱਜਣਾ ਦੇ ਨਾਲ ਕਰਦਾ, ਆਪਣੇ ਦੋਸਤਾਂ ਦੇ ਨਾਲ ਕਰਦਾ, ਇਹੋ ਜਿਹੀ ਬਿਰਤੀ ਵੀ ਤੇਰੀ ਹਰ ਇੱਕ ਗੈਰ ਵਿਅਕਤੀ ਦੇ ਲਈ ਹੋਣੀ ਚਾਹੀਦੀ ਹੈ। ਕਿਸੇ ਵੱਲ ਦੇਖ ਕੇ ਤੇਰੇ ਮਨ ਦੇ ਵਿੱਚ ਈਰਖਾ ਨਹੀਂ ਆਣੀ ਚਾਹੀਦੀ। ਕਿਸੇ ਵੱਲ ਦੇਖ ਕੇ ਤੇਰੇ ਮਨ ਦੇ ਵਿੱਚ ਕੋਈ ਵਿਕਾਰ ਵਿਸ਼ੇ ਕਾਮਨਾਵਾਂ ਨਹੀਂ ਪੈਦਾ ਹੋਣੀਆਂ ਚਾਹੀਦੀਆਂ। ਜਿਵੇਂ ਤੂੰ ਆਪਣੇ ਸੱਜਣਾ ਮਿੱਤਰਾਂ ਦੇ ਨਾਲ ਵਿਚਰਦਾ ਹੈ ਨਾ, ਹਰੇਕ ਗੈਰ ਵਿਅਕਤੀ ਦੇ ਪ੍ਰਤੀ ਵੀ ਤੂੰ ਇਹੋ ਜਿਹਾ ਵਿਵਹਾਰ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਜਿਵੇਂ ਤੂੰ ਆਪਣੇ ਸੱਜਣਾ ਮਿੱਤਰਾਂ ਨੂੰ ਆਦਰ ਮਾਣ ਦਿੰਦਾ, ਆਦਰ ਸਤਿਕਾਰ ਦਿੰਦਾ। ਹਰੇਕ ਸਮਾਜ ਦੇ ਵਿਅਕਤੀ ਦੇ ਨਾਲ ਕਹਿੰਦੇ ਇਹੋ ਜਿਹਾ ਵਿਵਹਾਰ ਕਰਨਾ ਤੈਨੂੰ ਚਾਹੀਦਾ ਹੈ, ਤਾਂ ਤੂੰ ਆਪਣੇ ਜੀਵਨ ਦੇ ਵਿੱਚ ਸੁੱਖ ਪ੍ਰਾਪਤ ਕਰ ਸਕਦਾ ਹੈ। ਨਿਜ ਗੁਣ ਧਨ ਨਿਜ ਜਸ ਵਿਸਤਰੀਨ, ਕਰਤ ਮਾਨ ਇਹ ਹੈ ਵੱਡ ਜੀਰਨ। ਤੇ ਕਹਿੰਦੇ ਜਿਵੇਂ ਮਨੁੱਖ ਆਪਣੇ ਨਿੱਜੀ ਗੁਣਾਂ ਦਾ, ਨਿੱਜੀ ਧਨ ਦਾ ਤੇ ਨਿੱਜੀ ਸਿਫਤ, ਹੁਣ ਸਾਡੇ ਕੋਲ ਜੇਕਰ ਅਸੀਂ ਧਨ ਹੋਵੇ, ਸਾਡੇ ਕੋਲ ਧਨ ਦੌਲਤ ਹੋਵੇ, ਸਾਡੀ ਵਡਿਆਈ ਹੁੰਦੀ ਹੋਵੇ, ਸਾਡੀ ਪ੍ਰਸ਼ੰਸਾ ਹੁੰਦੀ ਹੋਵੇ, ਸਾਡੇ ਵਿੱਚ ਚੰਗੇ ਗੁਣ ਹੋਣ, ਜਦੋਂ ਸਾਡੇ ਗੁਣਾਂ ਕਰਕੇ, ਸਾਡੇ ਧਨ ਕਰਕੇ ਜਾਂ ਸਾਡੇ ਜਸ ਕਰਕੇ, ਸਾਡੀ ਸਿਫਤ ਕਰਕੇ ਕੋਈ ਸਾਡੀ ਵਡਿਆਈ ਕਰਦਾ ਹੈ ਨਾ, ਤਾਂ ਪਾਤਸ਼ਾਹ ਜੀ ਕਹਿੰਦੇ ਨੇ ਕਿ ਕਰਤ ਮਾਣ। ਮਨੁੱਖ ਇਹ ਚੀਜ਼ਾਂ ਦੇਖ ਕੇ ਆਪਣੇ ਆਪ ਦੇ ਵਿੱਚ ਮਾਣ ਕਰਨ ਲੱਗ ਜਾਂਦਾ ਵੀ ਲੈ ਭਾਈ ਮੇਰੀ ਤਾਂ ਵਡਿਆਈ ਹੁੰਦੀ ਹੈ। ਮੇਰੇ ਧਨ ਨੂੰ ਦੇਖ ਕੇ, ਮੇਰਾ ਘਰ-ਬਾਰ ਦੇਖ ਕੇ ਲੋਕੀ ਮੇਰੀ ਵਾਹ-ਵਾਹ ਕਰਦੇ ਨੇ। ਮੇਰੇ ਵਿੱਚ ਕੋਈ ਗੁਣ ਹੈ ਨਾ, ਮੈਂ ਸਮਾਜ ਦੇ ਵਿੱਚ ਕੋਈ ਸੇਵਾ ਕਰਦਾ, ਇਹ ਸੇਵਾ ਕਰਕੇ, ਇਹ ਗੁਣ ਕਰਕੇ ਮੇਰੀ ਵਡਿਆਈ ਕਰਦੇ ਨੇ। ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿ ਮਨੁੱਖ ਆਪਣੇ ਆਪ ਦੇ ਵਿੱਚ ਮਾਣ ਕਰਨ ਲੱਗ ਪੈਂਦਾ, ਆਪਣੇ ਆਪ ਦੇ ਵਿੱਚ ਹੰਕਾਰ ਦਾ ਸ਼ਿਕਾਰ ਹੋ ਜਾਂਦਾ। ਹੁਣ ਰੋਗ ਤਾਂ ਮਨ ਨੂੰ ਲੱਗ ਗਿਆ ਨਾ, ਮਨ ਨੇ ਹੰਕਾਰ ਕਰ ਲਿਆ। ਤੇ ਪਾਤਸ਼ਾਹ ਜੀ ਆਖਦੇ ਨੇ ਫਿਰ ਉਸ ਵੈਦ ਨੂੰ, ਕਹਿੰਦੇ ਇਹ ਹੈ ਵੱਡ ਜੀਰਨ। ਕਹਿੰਦੇ ਸਭ ਤੋਂ ਪੁਰਾਣਾ ਵੱਡਾ ਰੋਗ ਇਹੀ ਹੈ ਕਿ ਜਦੋਂ ਸਾਡੀ ਕੋਈ ਵਡਿਆਈ ਕਰਦਾ ਅਸੀਂ ਹੰਕਾਰ ਕਰ ਲੈਂਦੇ, ਅਸੀਂ ਮਾਣ ਕਰਨ ਲੱਗ ਪੈਂਦੇ ਆਪਣੇ ਆਪ ਦੇ ਉੱਤੇ। ਤੇ ਇਹ ਕਹਿੰਦੇ ਪਾਤਸ਼ਾਹ ਜੀ ਵੈਦ ਨੂੰ ਆਖਦੇ ਨੇ ਕਿ ਸਭ ਤੋਂ ਪੁਰਾਣਾ ਤੇ ਵੱਡਾ ਰੋਗ ਇਹੀ ਹੈ। ਲੱਖ ਕਰ ਸਭ ਹਰ ਕੀ ਵਡਿਆਈ, ਰਿਦੇ ਗਰੀਬੀ ਚੂਰਨ ਖਾਈ। ਤੇ ਕਹਿੰਦੇ ਜੇਕਰ ਮਨੁੱਖ ਪਰਮਾਤਮਾ ਦੇ ਨਾਮ ਦੇ ਨਾਲ ਜੁੜਿਆ ਹੋਵੇ, ਪਰਮਾਤਮਾ ਦੀ ਵਡਿਆਈ ਕਰਦਾ ਹੋਵੇ, ਹਰ ਪਾਸੇ ਹਰੀ ਦੀ ਵਡਿਆਈ ਦੇਖਦਾ ਹੈ ਨਾ, ਕੁਦਰਤ ਦੇ ਵਿੱਚ ਹਰ ਜਰੇ ਜਰੇ ਦੇ ਵਿੱਚ ਪਰਮਾਤਮਾ ਨੂੰ ਮਹਿਸੂਸ ਕਰਦਾ। ਜਦੋਂ ਸਮਾਜ ਦੇ ਵਿੱਚ ਵਿਚਰਦੇ ਆ, ਉਸ ਦੇ ਕੋਲ ਨਿੱਜੀ ਗੁਣ ਵੀ ਨੇ, ਨਿੱਜੀ ਧਨ ਦੌਲਤ ਵੀ ਹੈ, ਨਿੱਜੀ ਸਿਫਤ ਵੀ ਹੈ, ਨਿੱਜੀ ਵਡਿਆਈ ਵੀ ਹੁੰਦੀ ਹੈ, ਤਾਂ ਹਮੇਸ਼ਾ ਆਪਣੇ ਮਨ ਦੇ ਵਿੱਚ ਗਰੀਬੀ ਭਰਿਆ ਸੁਭਾਅ ਰੱਖਦਾ। ਆਪਣੇ ਜੀਵਨ ਦੇ ਵਿੱਚ ਇਹੀ ਬਸ ਜਦੋਂ ਕੋਈ ਵਡਿਆਈ ਵੀ ਕਰਦਾ ਤਾਂ ਹਮੇਸ਼ਾ ਇਹੀ ਕਰਦਾ ਕਿ ਭਾਈ ਪਰਮਾਤਮਾ ਦੇ ਹੁਕਮ ਦੇ ਵਿੱਚ ਚੱਲ ਰਿਹਾ, ਜਾਂ ਜੋ ਗੁਰੂ ਕਰਵਾ ਲੇ ਮੈਂ ਉਸ ਦੇ ਭਾਣੇ ਦੇ ਵਿੱਚ ਰਹਿ ਕੇ ਆਪਣਾ ਜੀਵਨ ਬਸਰ ਕਰਦਾ। ਮੇਰੀ ਕੋਈ ਮਾਇਆ ਨਹੀਂ, ਮੈਂ ਸਮਾਜ ਦੇ ਵਿੱਚ ਰਹਿ ਕੇ ਇਹੋ ਜਿਹੇ ਕਾਰਜ ਕਰ ਸਕਾਂ। ਜੋ ਕੁਝ ਵੀ ਚੰਗਾ ਕਰਵਾਉਂਦਾ ਨਾ, ਮੇਰਾ ਗੁਰੂ ਮੈਨੂੰ ਅਗਵਾਈ ਕਰਦਾ, ਤਾਂ ਮੈਂ ਆਪਣੇ ਜੀਵਨ ਦੇ ਵਿੱਚ ਸਾਰੇ ਕਾਰਜ ਕਰਦਾ। ਕਹਿੰਦੇ ਰਿਦੇ ਗਰੀਬੀ ਚੂਰਨ ਖਾਈ। ਤੇ ਆਪਣੇ ਹਿਰਦੇ ਦੇ ਵਿੱਚ ਗਰੀਬੀ ਨੂੰ ਵਿਦਵਾਨ ਹੁੰਦੀ, ਆਪਣੇ ਜੀਵਨ ਦੇ ਵਿੱਚ ਗਰੀਬੀ ਧਾਰਨ ਕਰਨੀ ਚਾਹੀਦੀ ਹੈ। ਹਰ ਸਿਮਰਨ ਰੁਚ ਸੋ ਲਿਵ ਲਾਗੀ, ਲਖੇ ਅਰੁਜ ਇਹ ਭੁੱਖ ਸੋ ਜਾਗੀ। ਕਹਿੰਦੇ ਜਦੋਂ ਫਿਰ ਪਰਮਾਤਮਾ ਦੀ ਵਡਿਆਈ ਦੇਖ ਕੇ ਮਨੁੱਖ ਆਪਣੇ ਜੀਵਨ ਦੇ ਵਿੱਚ ਨਿਮਰਤਾ ਭਾਵਨਾ ਨੂੰ ਧਾਰਨ ਕਰਦਾ ਹੈ ਨਾ, ਤਾਂ ਕਹਿੰਦੇ ਜਿੱਥੇ ਉਹਦੇ ਮਨ ਦੇ ਰੋਗਾਂ ਦਾ ਇਲਾਜ ਹੁੰਦਾ, ਤੇ ਕਹਿੰਦੇ ਫਿਰ ਇਸ ਰੋਗ ਦਾ ਇਲਾਜ ਕਰਨ ਦੇ ਲਈ ਹਰ ਸਿਮਰਨ ਰੁਚ ਸੋ ਲਿਵ ਲਾਗੀ। ਫਿਰ ਇਨਸਾਨ ਦੀ ਕਹਿੰਦੇ ਹਰੀ ਪਰਮਾਤਮਾ ਦੇ ਸਿਮਰਨ ਕਰਨ ਦੇ ਵਿੱਚ ਉਹਦੀ ਲਿਵ ਲੱਗ ਜਾਂਦੀ ਹੈ, ਪਰਮਾਤਮਾ ਦੀ ਬੰਦਗੀ ਕਰਨ ਦੇ ਵਿੱਚ ਉਸ ਦੀ ਸੁਰਤ ਲੱਗ ਜਾਂਦੀ ਹੈ। ਲਖੇ ਅਰੁਜ ਇਹ ਭੁੱਖ ਸੋ ਜਾਗੀ। ਤੇ ਉਹ ਵੇਖਦਾ ਵੀ ਭਾਈ ਮੇਰੇ ਜੀਵਨ ਦੇ ਵਿੱਚ ਜੇਕਰ ਕਿਤੇ ਔਗਣ ਵੀ ਆ ਗਿਆ ਨਾ,
ਕੋਈ ਮੇਰੀ ਵਡਿਆਈ ਕਰਦਾ ਤਾਂ ਮੈਂ ਮਾਣ ਕਰਦਾ, ਹੰਕਾਰ ਕਰਦਾ। ਤਾਂ ਪਾਤਸ਼ਾਹ ਜੀ ਆਖਦੇ ਨੇ ਕਿ ਇਹ ਅਰੋਗ ਦੀ ਪਹਿਚਾਣ ਕਰਕੇ, ਇਹ ਰੋਗ ਦੀ ਪਹਿਚਾਣ ਕਰਕੇ ਆਪਣੇ ਆਪ ਨੂੰ ਅਰੋਗਿਆ ਕਰ ਲੈਂਦਾ, ਆਪਣੇ ਆਪ ਨੂੰ ਰੋਗ ਰਹਿਤ ਕਰ ਲੈਂਦਾ। ਕਿਵੇਂ? ਸੰਗਤ ਦੇ ਵਿੱਚ ਵਿਚਰ ਕੇ, ਪ੍ਰਮਾਤਮਾ ਦਾ ਨਾਮ ਜਪ ਕੇ। ਲਖੇ ਅਰਜ ਇਹ ਭੁੱਖ ਸੋ ਜਾਗੀ। ਫਿਰ ਉਸ ਦੇ ਮਨ ਦੇ ਵਿੱਚ, ਉਸ ਦੀ ਮਨ ਦੇ ਵਿੱਚ ਇਹ ਭੁੱਖ ਲੱਗ ਜਾਂਦੀ ਵੀ ਭਾਈ ਮੈਂ ਪਰਮਾਤਮਾ ਦੀ ਬੰਦਗੀ ਕਰਨੀ ਹੈ, ਪਰਮਾਤਮਾ ਦੀ ਸਿਫਤ ਸਲਾਹ ਕਰਨੀ, ਪਰਮਾਤਮਾ ਦੀ ਬੰਦਗੀ ਕੀਤਿਆਂ, ਪਰਮਾਤਮਾ ਦੀ ਸਿਫਤ ਕੀਤਿਆਂ ਮੇਰੇ ਮਨ ਨੂੰ ਦਵਾਈ ਮਿਲੇਗੀ। ਮੇਰਾ ਮਨ ਜਿਹੜਾ ਰੋਗਾਂ ਦਾ ਸ਼ਿਕਾਰ ਹੈ ਨਾ, ਉਸ ਦੇ ਵਿੱਚ ਰੋਗ ਸਾਰੇ ਖਤਮ ਹੋ ਜਾਣਗੇ। ਹੁਣ ਇੱਥੇ ਇੱਕ ਆਪ ਜੀ ਦੇ ਨਾਲ ਵਿਚਾਰ ਸਾਂਝੀ ਕਰਨੀ ਚਾਹੁੰਦਾ। ਅਸੀਂ ਜੇਕਰ ਭਾਰਤ ਦੀ ਗੱਲ ਕਰ ਲਈਏ, ਹਿੰਦੁਸਤਾਨ ਦੀ ਗੱਲ ਕਰ ਲਈਏ, ਅਸੀਂ ਇਲਾਕੇ ਦੇ ਹਿਸਾਬ ਦੇ ਨਾਲ ਦੇਖਦੇ ਹਾਂ, ਜਾਂ ਜਿਹੋ ਜਿਹੇ ਲੋਕਾਂ ਦਾ, ਜਿਹੋ ਜਿਹੇ ਧਰਮ ਦੇ ਅਨੁਸਾਰ ਉਹਨਾਂ ਦੀ ਮਰਿਆਦਾ ਹੈ, ਜਾਂ ਉਹਨਾਂ ਦਾ ਪਿਛੋਕੜ ਕਹਿ ਲਈਏ, ਜਾਂ ਉਹਨਾਂ ਦਾ ਰਹਿਣ ਸਹਿਣ ਹੈ, ਉਹ ਰਹਿਣ ਸਹਿਣ ਦੇ ਮੁਤਾਬਕ ਆਪਣੇ ਸਰੀਰ ਦੀ ਭੁੱਖ ਨੂੰ ਪੂਰਤੀ ਕਰਨ ਦੇ ਲਈ ਕੋਈ ਰੋਟੀ ਖਾ ਕੇ, ਪ੍ਰਸ਼ਾਦਾ ਖਾ ਕੇ ਗੁਜ਼ਾਰਾ ਕਰਦਾ। ਕਿ ਅਸੀਂ ਦੂਜੇ ਹੋਰ ਖਿੱਤੇ ਦੇ ਵੱਲ ਚੱਲ ਜਾਈਏ ਤਾਂ ਕੋਈ ਚੌਲ ਖਾ ਕੇ ਵੀ ਗੁਜ਼ਾਰਾ ਕਰ ਲੈਂਦਾ। ਮਸਲਾ ਕੀ ਹੈ? ਪੇਟ ਦੀ ਭੁੱਖ ਨੂੰ ਮਿਟਾਉਣ ਦਾ। ਕੋਈ ਰੋਟੀ ਖਾ ਕੇ ਗੁਜ਼ਾਰਾ ਕਰ ਲੈਂਦਾ, ਕੋਈ ਫਾਸਟ ਫੂਡ ਖਾ ਕੇ, ਜਿਹਨੇ ਆਪਣੇ ਸਰੀਰ ਦਾ ਢਾਂਚਾ ਉਹੋ ਜਿਹਾ ਬਣਾ ਲਿਆ, ਉਹ ਫਾਸਟ ਫੂਡ ਖਾ ਕੇ ਆਪਣੇ ਪੇਟ ਦੀ ਭੁੱਖ ਨੂੰ ਦੂਰ ਕਰ ਲੈਂਦਾ। ਪਰ ਕਦੇ ਵੀ ਕਿਸੇ ਨੇ ਧਰਮ ਦੇ ਨਾਂ ਦੇ ਉੱਤੇ ਇਹ ਰੋਲਾ ਨਹੀਂ ਪਾਇਆ ਵੀ ਭਾਈ ਇਹ ਰੋਟੀ ਖਾਣ ਵਾਲਾ ਗਲਤ ਹੈ, ਚੌਲ ਖਾਣ ਵਾਲਾ ਗਲਤ ਹੈ, ਜਾਂ ਫਾਸਟ ਫੂਡ ਖਾਣ ਵਾਲਾ ਗਲਤ ਹੈ। ਹਾਲਾਂਕਿ ਇਨਸਾਨ ਨੇ ਆਪਣੀ ਲੋੜ ਦੇ ਮੁਤਾਬਕ ਜਿਹੋ ਜਿਹਾ ਉਹਨੂੰ ਚੰਗਾ ਲੱਗਾ ਉਹ ਖਾਣ ਲੱਗ ਪਿਆ। ਹੁਣ ਦੂਜੇ ਪਾਸੇ ਅਸੀਂ ਧਰਮ ਦੇ ਨਾਂ ਦੇ ਉੱਤੇ ਗੱਲ ਕਰ ਲਈਏ। ਕੋਈ ਸਿੱਖ ਧਰਮ ਦੇ ਵਿੱਚ ਪੈਦਾ ਹੋ ਗਿਆ, ਸਿੱਖ ਮਤ ਦੇ ਨਾਲ ਸੰਬੰਧਿਤ ਰੱਖਦਾ, ਕੋਈ ਹਿੰਦੂ ਮਤ ਦੇ ਨਾਲ ਸੰਬੰਧ ਰੱਖਦਾ, ਕੋਈ ਇਸਲਾਮ ਮਤ ਦੇ ਨਾਲ ਸੰਬੰਧ ਰੱਖਦਾ। ਤਨ ਦੀ ਖੁਰਾਕ ਅਸੀਂ ਆਪਣੇ ਅਨੁਸਾਰ ਨਿਰਧਾਰਿਤ ਕਰ ਲਈ ਵੀ ਭਾਈ ਇਲਾਕੇ ਦੇ ਅਨੁਸਾਰ ਸਾਨੂੰ ਇਹ ਕੁਝ ਖਾਣ ਨੂੰ ਮਿਲੇਗਾ, ਤੇ ਜੇਕਰ ਅਸੀਂ ਇਹ ਖਾਵਾਂਗੇ ਤਾਂ ਅਸੀਂ ਸਰੀਰਕ ਤੌਰ ਦੇ ਉੱਤੇ ਜਿਉਂਦੇ ਰਹਿ ਸਕਦੇ ਹਾਂ। ਹੁਣ ਸਿੱਖ ਨੇ ਬੰਦਗੀ ਕਰਨੀ ਸੀ ਰੱਬ ਦੀ, ਤੇ ਉਹ ਵਾਹਿਗੁਰੂ ਵਾਹਿਗੁਰੂ ਕਹਿਣ ਲੱਗ ਪਿਆ। ਕਿਸੇ ਹਿੰਦੂ ਵੀਰ ਨੇ ਆਪਣੇ ਭਗਵਾਨ ਨੂੰ ਚੇਤੇ ਕਰਨਾ ਸੀ, ਉਹ ਰਾਮ ਰਾਮ ਕਹਿਣ ਲੱਗ ਪਿਆ। ਕਿਸੇ ਮੁਸਲਮਾਨ ਵੀਰ ਨੇ ਆਪਣੇ ਅੱਲਾਹ ਤਾਲਾ ਨੂੰ ਯਾਦ ਕਰਨਾ ਸੀ, ਉਹ ਅੱਲਾ ਅੱਲਾ ਕਹਿਣ ਲੱਗ ਪਿਆ। ਪਰ ਸਮਾਜ ਦੇ ਵਿੱਚ ਇਹੋ ਜਿਹੇ ਲੋਕ ਵੀ ਨੇ ਜਿਨ੍ਹਾਂ ਨੂੰ ਇਸ ਗੱਲ ਤੋਂ ਵੀ ਬਹੁਤ ਚਿੜ ਆਉਂਦੀ, ਮਨ ਦੇ ਵਿੱਚ ਬਹੁਤ ਈਰਖਾ ਪੈਦਾ ਹੁੰਦੀ ਵੀ ਦੂਜੇ ਧਰਮ ਦਾ ਬੰਦਾ ਰਾਮ ਰਾਮ ਕਿਉਂ ਕਹਿ ਰਿਹਾ। ਹਾਲਾਂਕਿ ਨਾਮ ਤਾਂ ਵੱਖੋ ਵੱਖਰੇ ਨੇ, ਪਰ ਰੱਬ ਤਾਂ ਇੱਕੋ ਹੀ ਹੈ ਨਾ। ਅਕਾਲ ਪੁਰਖ ਵਾਹਿਗੁਰੂ ਤਾਂ ਇੱਕੋ ਹੀ ਹੈ। ਚਾਹੇ ਕੋਈ ਰਾਮ ਕਹਿ ਕੇ ਯਾਦ ਕਰ ਲਵੇ, ਚਾਹੇ ਕੋਈ ਅੱਲਾ ਕਹਿ ਕੇ ਯਾਦ ਕਰ ਲਵੇ, ਚਾਹੇ ਕੋਈ ਵਾਹਿਗੁਰੂ ਕਹਿ ਕੇ ਯਾਦ ਕਰ ਲਵੇ। ਅਸੀਂ ਪੇਟ ਦੀ ਭੁੱਖ ਦੇ ਲਈ ਜੋ ਕੁਝ ਖਾਧਾ ਉਸ ਦੇ ਲਈ ਕਦੇ ਨਹੀਂ ਲੜੇ, ਕਦੇ ਕਿਸੇ ਦੇ ਨਾਲ ਇਤਰਾਜ਼ ਜ਼ਾਹਰ ਨਹੀਂ ਕੀਤਾ, ਕਿਉਂਕਿ ਸਾਨੂੰ ਪਤਾ ਇਲਾਕੇ ਦੇ ਹਿਸਾਬ ਦੇ ਨਾਲ ਜਿੱਥੋਂ ਜਿਹੜੀ ਜੀ ਚੀਜ਼ ਦੀ ਉਪਜ ਹੁੰਦੀ ਉਹ ਮਨੁੱਖ ਉਸੇ ਦੇ ਡਿਪੈਂਡ ਹੋ ਕੇ ਉਸ ਦੇ ਅਨੁਸਾਰ ਆਪਣਾ ਜੀਵਨ ਨਿਰਵਾਹ ਕਰ ਰਿਹਾ। ਹਾਲਾਂਕਿ ਮਨ ਦੀ ਖੁਰਾਕ ਸਾਰਿਆਂ ਦੀ ਇੱਕੋ ਹੀ ਹੈ। ਅਸੀਂ ਨਾਮ ਵੱਖੋ ਵੱਖਰੇ ਜ਼ਰੂਰ ਲੈ ਲੈਂਦੇ ਹਾਂ, ਪਰ ਮਨ ਦੀ ਭੁੱਖ ਨੂੰ ਮਿਟਾਉਣ ਦੇ ਲਈ ਅਸੀਂ ਵੱਖ-ਵੱਖ ਥਾਵਾਂ ਦੇ ਉੱਤੇ ਝਗੜਦੇ ਵੀ ਲੋਕ ਦੇਖੇ ਨੇ, ਵੱਖ-ਵੱਖ ਥਾਵਾਂ ਦੇ ਉੱਤੇ ਦੰਗੇ ਫਸਾਦ ਹੁੰਦੇ ਵੀ ਦੇਖੇ ਨੇ। ਤੇ ਇੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵੈਦ ਨੂੰ ਸਮਝਾਉਂਦੇ ਨੇ ਤੇ ਆਖਦੇ ਨੇ ਵੀ ਭਾਈ ਆਪਣੇ ਜੀਵਨ ਦੇ ਵਿੱਚ ਨਾ ਤੂੰ ਪਰਮਾਤਮਾ ਦੀ ਵਡਿਆਈ ਕਰਿਆ ਕਰ। ਜਦੋਂ ਤੇਰੇ ਮਨ ਨੂੰ ਭੁੱਖ ਪਤਾ ਲੱਗ ਗਈ ਨਾ ਵੀ ਤੇਰੀ ਮਨ ਨੂੰ ਕਿਹੜੀ ਭੁੱਖ ਲੱਗੀ ਹੈ। ਹੁਣ ਜਦੋਂ ਮਨੁੱਖ ਮਨ ਕਰਕੇ ਆਪਣੀ ਮਤ ਦੇ ਅਨੁਸਾਰ ਚੱਲਦਾ ਤਾਂ ਉਹਦੇ ਮਨ ਦੀ ਭੁੱਖ, ਜੇਕਰ ਮਨ ਦੇ ਵਿੱਚ ਕਾਮ ਵਾਸਨਾ ਵੀ ਪੈਦਾ ਹੋ ਜਾਂਦੀਆਂ ਨੇ ਨਾ, ਮਨ ਦੇ ਵਿੱਚ ਲਾਲਚ ਵੀ ਪੈਦਾ ਹੋ ਜਾਂਦਾ, ਤਾਂ ਉਹ ਲਾਲਚ ਦੀ ਪੂਰਤੀ ਦੇ ਲਈ ਹਰ ਹੱਦ ਤੱਕ ਜਾਣ ਦੇ ਲਈ ਤਿਆਰ ਹੋ ਜਾਂਦਾ। ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਦਾ ਲਾਲਚ ਪੂਰਾ ਹੋ ਜਾਵੇ ਤਾਂ ਉਹ ਹਰ ਕਾਰਜ ਕਰਨ ਦੇ ਲਈ ਤਿਆਰ ਹੋ ਜਾਂਦਾ। ਕਦੇ ਤੁਸੀਂ ਉਹਨਾਂ ਲੋਕਾਂ ਨੂੰ ਮਿਲ ਕੇ ਦੇਖਿਓ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਨਸ਼ੇ ਨੂੰ ਜ਼ਿਆਦਾ ਪਹਿਲ ਦਿੱਤੀ ਹੋਈ ਹੈ। ਕਿਸੇ ਵੀ ਪ੍ਰਕਾਰ ਦਾ ਨਸ਼ਾ ਕਰਦੇ ਨੇ ਨਾ, ਆਪਣੇ ਸਰੀਰ ਨੂੰ ਨਸ਼ੇ ਦਾ ਆਦੀ ਬਣਾ ਲਿਆ। ਹੁਣ ਮਨ ਦੇ ਵਿੱਚ ਵਿਕਾਰ ਪਿਆ, ਜੀਵ ਨੂੰ ਚਸਕਾ ਪਿਆ, ਜੀਵ ਨੂੰ ਰਸ ਲੱਗਾ ਨਸ਼ੇ ਕਰਨ ਦਾ। ਹੁਣ ਜਦੋਂ ਨਸ਼ੇ ਦੀ ਤੋੜ ਲੱਗਦੀ ਨਾ, ਚਾਹੇ ਉਸ ਦੇ ਸਾਹਮਣੇ ਕੋਈ ਪਰਿਵਾਰ ਦਾ ਜੀਅ ਵੀ ਪਿਆ ਹੋਵੇ, ਦੂਜੇ ਪਾਸੇ ਕੋਈ ਨਸ਼ਾ ਪਿਆ ਹੋਵੇ ਨਾ, ਉਹ ਪਰਿਵਾਰ ਦੇ ਜੀਅ ਨੂੰ ਮਾਰ ਕੇ ਨਸ਼ਾ ਕਰਨ ਤੱਕ ਪਹੁੰਚ ਜਾਂਦਾ। ਕਿਉਂ? ਕਿਉਂਕਿ ਮਨ ਦਾ ਵਿਕਾਰ ਸੀ, ਜੀਵ ਦਾ ਚਸਕਾ ਸੀ। ਜੀਵ ਦੇ ਚਸਕੇ ਦੀ ਪੂਰਤੀ ਦੇ ਲਈ ਉਹਨੇ ਕਿਸੇ ਵੀ ਚੀਜ਼ ਹੱਦ ਤੱਕ ਜਾਣ ਦੇ ਲਈ ਉਹ ਤਿਆਰ ਹੋ ਗਿਆ। ਉਹਨੇ ਰਿਸ਼ਤੇ ਨਹੀਂ ਦੇਖੇ, ਉਹਨੇ ਇਹ ਦੇਖਿਆ ਵੀ ਮੇਰੇ ਜੀਵ ਦੀ ਜਿਹੜੀ ਪੂਰਤੀ ਹੈ ਉਹ ਕਿਸ ਤਰ੍ਹਾਂ ਹੁੰਦੀ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਆਖਦੇ ਨੇ ਕਿ ਭਾਈ ਤੇਰੇ ਮਨ ਨੂੰ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਵੀ ਮਨ ਨੂੰ ਭੁੱਖ ਕਿਹੜੀ ਲੱਗੀ।
ਮਨ ਕਿਸ ਤਰ੍ਹਾਂ ਟਿਕਾ ਦੇ ਵਿੱਚ ਆ ਸਕਦਾ, ਮਨ ਦੇ ਵਿੱਚ ਕਿਸ ਤਰ੍ਹਾਂ ਅਸੀਂ ਆਨੰਦ ਮਹਿਸੂਸ ਕਰ ਸਕਦੇ, ਤਾਂ ਗੁਰੂ ਸਾਹਿਬ ਜੀ ਉੱਥੇ ਵੈਦ ਨੂੰ ਆਖਦੇ ਨੇ ਕਿ ਤੇਰਾ ਮਨ ਤਾਂ ਅਰੋਗ ਹੋਵੇਗਾ ਜੇਕਰ ਤੂੰ ਪਰਮਾਤਮਾ ਦੀ ਵਡਿਆਈ ਕਰੇਗਾ ਤੇ ਆਪਣੇ ਜੀਵਨ ਦੇ ਵਿੱਚ ਨਿਮਰਤਾ ਭਾਵਨਾ ਧਾਰਨ ਕਰੇਗਾ। ਅੱਜ ਹਰ ਸਿੱਖ ਨੂੰ ਆਪਣੇ ਜੀਵਨ ਦੇ ਵਿੱਚ ਨਿਮਰਤਾ ਧਾਰਨ ਕਰਨੀ ਚਾਹੀਦੀ ਹੈ। ਅਸੀਂ ਰੋਜ਼ਾਨਾ ਉਹ ਸਾਹਮਣੇ ਬੋਰਡ ਵੀ ਲੱਗਾ, ਲੰਘਦੇ ਵੜਦੇ ਪੜ੍ਹਦੇ ਵੀ ਆ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਸੌਖੇ ਸ਼ਬਦਾਂ ਦੇ ਵਿੱਚ ਅਸੀਂ ਅਰਥ ਵੀ ਸਮਝ ਲੈਂਦੇ ਹਾਂ ਕਿ ਸਾਰਿਆਂ ਗੁਣਾਂ ਜਿਹੜੇ ਚੰਗਿਆਈਆਂ ਵਾਲੇ ਗੁਣ ਨੇ ਨਾ, ਉਹਨਾਂ ਸਾਰਿਆਂ ਗੁਣਾਂ ਦਾ ਤੱਤ ਇਹੀ ਹੈ ਕਿ ਤੇਰੇ ਜੀਵਨ ਦੇ ਵਿੱਚ ਨਿਮਰਤਾ ਭਾਵਨਾ ਹੋਣੀ ਚਾਹੀਦੀ ਹੈ। ਤੂੰ ਆਪਣੇ ਜੀਵਨ ਦੇ ਵਿੱਚ ਨਿਮਰਤਾ ਭਾਵਨਾ ਨੂੰ ਧਾਰਨ ਕਰ। ਜਦੋਂ ਤੇਰੇ ਅੰਦਰ ਨਿਮਰਤਾ ਭਾਵਨਾ ਆ ਗਈ ਤਾਂ ਸਾਰੇ ਗੁਣ ਤੇਰੇ ਜੀਵਨ ਦੇ ਵਿੱਚ ਆਪਣੇ ਆਪ ਆ ਜਾਣਗੇ। ਇਸੇ ਤਰ੍ਹਾਂ ਆਪਣੇ ਜੀਵਨ ਦੇ ਵਿੱਚ ਕਹਿੰਦੇ ਮਨ ਦੀ ਭੁੱਖ ਨੂੰ ਪੂਰਤੀ ਕਰਨ ਦੇ ਲਈ ਪਰਮਾਤਮਾ ਦੀ ਵਡਿਆਈ ਕਰਿਆ ਕਰ, ਤੂੰ ਅਰੋਗ ਹੋ ਜਾਵੇਂਗਾ। ਇਹ ਵੈਦ ਦੇ ਨਾਲ ਵਿਚਾਰ ਚਰਚਾ ਕਰਦੇ ਨੇ। ਵਿਸ਼ੇ ਵਾਸਨਾ ਤ੍ਰਿਸ਼ਨਾ ਖਾਸੀ ਦਿਨ ਪ੍ਰਤ ਪ੍ਰਤਿ ਕਬ ਨ ਬਿਨਾਸ਼ੀ। ਹੁਣ ਵੈਦ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਨਬਜ ਫੜੀ ਸੀ ਨਾ ਜਦੋਂ ਆ ਕੇ, ਤਾਂ ਉਹਨੇ 3-4 ਰੋਗਾਂ ਦਾ ਨਾਮ ਲਿਆ ਸੀ। ਕਹਿੰਦਾ ਵੀ ਤੁਹਾਨੂੰ ਕਿਤੇ ਖਾਂਸੀ ਤਾਂ ਨਹੀਂ, ਕਿਤੇ ਤੁਹਾਡੀ ਬਲਗਮ ਦੇ ਵਿੱਚ ਕਹਿੰਦਾ ਖੂਨ ਤਾਂ ਨਹੀਂ ਆ ਰਿਹਾ। ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਮਨ ਦੇ ਰੋਗਾਂ ਦੀਆਂ ਉਦਾਹਰਨਾਂ ਵਰਤਦੇ ਨੇ। ਜਿਹੜੇ ਰੋਗ ਉਹਨੇ ਕਹੇ ਸੀ ਨਾ, ਤੇ ਪਾਤਸ਼ਾਹ ਜੀ ਉਹਨਾਂ ਰੋਗਾਂ ਦਾ ਨਾਮ ਲੈ ਲੈ ਕੇ ਦੱਸਦੇ ਨੇ, ਭਾਈ ਇਹ ਰੋਗ ਉਹ ਖਾਂਸੀ ਦੇ ਰੋਗ ਦੇ ਨਾਲੋਂ ਵੀ ਭਿਆਨਕ ਨੇ, ਉਹ ਬਲਗਮ ਦੇ ਵਿੱਚ ਖੂਨ ਆਉਣ ਨਾਲੋਂ ਵੀ ਭਿਆਨਕ ਰੋਗ ਨੇ ਜਿਹੜਾ ਮਨੁੱਖ ਮਨ ਕਰਕੇ ਆਪਣੇ ਰੋਗ ਉਸ ਨੂੰ ਲੱਗੇ ਹੋਏ ਨੇ। ਕਿਹੜੇ? ਵਿਸ਼ੇ ਵਾਸਨਾ ਤ੍ਰਿਸ਼ਨਾ ਖਾਂਸੀ। ਕਹਿੰਦੇ ਜੀਵਨ ਦੇ ਵਿੱਚ ਮਨੁੱਖ ਦੇ ਵਿਸ਼ੇ ਵਾਸਨਾਵਾਂ ਨੇ, ਮਨੁੱਖ ਦੇ ਜੀਵਨ ਦੇ ਵਿੱਚ ਲਾਲਚ ਹੈ। ਕਹਿੰਦੇ ਖਾਂਸੀ ਜਿਹੜੀ ਹੈ ਨਾ, ਤੂੰ ਕਹਿਣਾ ਵੀ ਖਾਂਸੀ ਦੇ ਰੋਗ ਦੇ ਨਾਲ ਵੀ ਮਨੁੱਖ ਦਾ ਸਰੀਰ ਨਿਢਾਲ ਹੋ ਜਾਂਦਾ। ਮਨੁੱਖ ਦੇ ਜੀਵਨ ਦੇ ਵਿੱਚ ਅਸੀਂ ਆਮ ਤੌਰ ਦੇ ਉੱਤੇ ਦੇਖਦੇ ਹਾਂ ਵੀ ਜੇਕਰ ਸਾਨੂੰ ਕਿਤੇ ਖੰਘ ਲੱਗ ਜਾਵੇ ਨਾ, ਤਾਂ ਕਈ ਵਾਰੀ ਇੰਨੀ ਕੁ ਉਹ ਰੋਗ ਵਿਗੜ ਜਾਂਦਾ ਵੀ ਜਦੋਂ ਅਸੀਂ ਖੰਘਦੇ ਹਾਂ ਤਾਂ ਸਾਡੇ ਸਰੀਰ ਦਾ ਸਾਰਾ ਢਾਂਚਾ ਪੇਟ ਤੱਕ ਹਿੱਲਣ ਨੂੰ ਜਾਂਦਾ, ਖਿੱਚ ਪੈਂਦੀ ਨਾੜਾਂ ਦੀ, ਤੇ ਸਾਡਾ ਜਿਹੜਾ ਸਰੀਰ ਹੈ ਨਾ ਉਹ ਕਮਜ਼ੋਰ ਹੋ ਜਾਂਦਾ। ਤੇ ਇਸੇ ਤਰ੍ਹਾਂ ਕਹਿੰਦੇ ਵੀ ਜੇਕਰ ਮੰਨ ਲਾ ਵੀ ਤੇਰੇ ਮਨ ਨੂੰ ਲਾਲਚ ਲੱਗਾ ਨਾ, ਤੇਰੇ ਮਨ ਨੂੰ ਵਿਸ਼ੇ ਵਿਕਾਰ ਲੱਗੇ ਨੇ, ਕਹਿੰਦੇ ਖਾਂਸੀ ਦੇ ਰੋਗ ਦਾ ਤਾਂ ਤੂੰ ਇਲਾਜ ਕਰ ਲਿਆ, ਦਵਾਈ ਲੈ ਲਈ, ਰੋਗ ਠੀਕ ਹੋ ਗਿਆ, ਪਰ ਇਹਨਾਂ ਲਾਲਚ ਵਾਲੇ ਰੋਗਾਂ ਦਾ, ਵਿਸ਼ੇ ਵਿਕਾਰਾਂ ਵਾਲੇ ਰੋਗਾਂ ਦਾ ਇਲਾਜ ਕਦੋਂ ਕਰਨਾ ਭਾਈ? ਇਹ ਖਾਂਸੀ ਨਾਲ ਉਹ ਵੀ ਭੈੜੇ ਨੇ, ਇਹਨੇ ਵੀ ਤੇਰੇ ਸਰੀਰ ਨੂੰ ਖਤਮ ਕਰ ਦੇਣਾ। ਇਹਨਾਂ ਰੋਗਾਂ ਵੱਲ ਵੀ ਧਿਆਨ ਦੇ। ਹਾਲਾਂਕਿ ਇਹਨਾਂ ਰੋਗਾਂ ਦਾ ਪਤਾ ਵੀ ਹੁੰਦਾ ਵੀ ਮਨੁੱਖ ਨੂੰ ਵੀ ਮੈਂ ਕਿਤੇ ਨਾ ਕਿਤੇ ਲਾਲਚ ਕਰ ਲੈਂਦਾ, ਪਰ ਸਾਡੀ ਉਹ ਤਿਆਰੀ ਨਹੀਂ ਹੁੰਦੀ ਵੀ ਲਾਲਚ ਤੋਂ ਬਚਿਆ ਕਿਸ ਤਰ੍ਹਾਂ ਜਾ ਸਕੇ, ਲਾਲਚ ਦੀ ਜੜ ਕਿਵੇਂ ਪੁੱਟੀ ਜਾਣੀ ਆ, ਲਾਲਚ ਦੀ ਦਵਾਈ ਕੀ ਹੈ, ਲਾਲਚ ਤੋਂ ਛੁਟਕਾਰਾ ਕਿਸ ਤਰ੍ਹਾਂ ਪਾਣਾ, ਤੇ ਉਸ ਦੀ ਤਿਆਰੀ ਅਸੀਂ ਨਹੀਂ ਕਰਦੇ। ਦਿਨ ਪ੍ਰਤ ਵਰਤਤ ਕਬ ਨਾ ਬਿਨਾਸੀ। ਕਹਿੰਦੇ ਜੇਕਰ ਇਹਨਾਂ ਲਾਲਚ ਵਿਸ਼ੇ ਵਿਕਾਰਾਂ ਦੀ ਜੜ ਨਾ ਪੁੱਟੀ ਗਈ ਨਾ, ਕਹਿੰਦੇ ਦਿਨੋ ਦਿਨ ਇੱਕ ਨਾ ਇੱਕ ਦਿਨ ਬਹੁਤ ਵਿਸ਼ਾਲ ਲਾਲਚ ਦਾ ਰੂਪ ਧਾਰਨ ਕਰ ਲੈਣਗੇ। ਲਾਲਚ ਦੇ ਵਸ ਪਿਆ ਮਨੁੱਖ ਨਾ ਕੀ ਕੁਝ ਕਰ ਜਾਂਦਾ ਅਸੀਂ ਸਾਰੇ ਜਾਣਦੇ ਹਾਂ। ਸਮਾਜ ਦੇ ਵਿੱਚ ਅਨੇਕਾਂ ਖਬਰਾਂ ਪੜ੍ਹਨ ਨੂੰ ਮਿਲਦੀਆਂ ਨੇ, ਅਨੇਕਾਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਨੇ, ਅਨੇਕਾਂ ਘਟਨਾਵਾਂ ਸੁਣਨ ਨੂੰ ਮਿਲਦੀਆਂ ਨੇ। ਕਿਉਂ? ਕਿਉਂਕਿ ਮਨ ਰੋਗੀ ਸੀ। ਮਨ ਦੀ ਪੂਰਤੀ ਦੇ ਲਈ ਮਨੁੱਖ ਨੇ ਆਪਣੇ ਪਿਓ ਦਾ ਕਤਲ ਕਰ ਦਿੱਤਾ, ਭਰਾ ਨੇ ਭਰਾ ਦਾ ਕਤਲ ਕਰ ਦਿੱਤਾ। ਕਿਉਂ? ਲਾਲਚ ਸੀ ਜ਼ਮੀਨ ਜਾਇਦਾਦ ਦਾ। ਜਦੋਂ ਇਹ ਲਾਲਚ ਦੀ ਜੜ ਪੁੱਟੀ ਗਈ ਨਾ, ਹੁਣ ਇੱਥੇ ਵਿਦਵਾਨ, ਇੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵੈਦ ਨੂੰ ਸਮਝਾਉਂਦੇ ਨੇ ਵੀ ਲਾਲਚ ਖਤਮ ਕਰ ਲਾ ਜੀਵਨ ਦੇ ਵਿੱਚੋਂ, ਸਬਰ ਸੰਤੋਖ ਆ ਗਿਆ, ਤੂੰ ਅਰੋਗ ਹੈ। ਤੇ ਨਾਲ ਨੁਕਤਾ ਵੀ ਦੱਸ ਦਿੱਤਾ, ਇਹ ਨਹੀਂ ਵੀ ਤੈਨੂੰ ਇੱਕ ਚੀਜ਼ ਛੱਡਣ ਨੂੰ ਕਹਿਤੀ ਤਾਂ ਦੂਜੀ ਚੀਜ਼ ਧਾਰਨ ਕਰ ਲਾ, ਇਹ ਵੀ ਦੱਸ ਦਿੱਤਾ ਵੀ ਤੇਰੇ ਜੀਵਨ ਦੇ ਵਿੱਚ ਉਹ ਚੀਜ਼ ਆ ਕਿੱਦਾਂ ਸਕਦੀ ਹੈ। ਕਹਿੰਦੇ ਬਸ ਨਿਮਾਣਾ ਹੋ ਕੇ ਢਹਿ ਪਈ ਤੇ ਤੇਰੇ ਜੀਵਨ ਦੇ ਵਿੱਚ ਪਰਮਾਤਮਾ ਦੀ ਜਦੋਂ ਨਾਮ ਦੀ ਭੁੱਖ ਲੱਗ ਗਈ ਨਾ, ਇਹ ਸਾਰੀਆਂ ਚੀਜ਼ਾਂ ਦੂਰ ਹੋ ਜਾਣੀਆਂ, ਇਹ ਸਾਰੀਆਂ ਚੀਜ਼ਾਂ ਤੋਂ ਤੇਰਾ ਛੁਟਕਾਰਾ ਹੋ ਜਾਣਾ। ਬਹੁਤ ਸੌਖੇ ਤਰੀਕੇ ਦੇ ਨਾਲ ਪਾਤਸ਼ਾਹ ਜੀ ਨੇ ਸਾਨੂੰ ਸਮਝਾਉਣਾ ਕੀਤਾ, ਜੇਕਰ ਅਸੀਂ ਸਮਝਣ ਦਾ ਯਤਨ ਕਰੀਏ ਤਾਂ। ਅੱਜ ਦੇ ਸਮੇਂ ਦੇ ਵਿੱਚ ਦੌੜ ਲੱਗੀ ਹੋਈ ਹੈ, ਅਸੀਂ ਆਪਣੇ ਬੱਚਿਆਂ ਦੇ ਬਾਬਤ ਵੀ ਇਹੀ ਸੋਚਦੇ ਹਾਂ ਵੀ ਚੱਲ ਵਧੀਆ ਪੜ੍ਹਾਈ ਲਿਖਾਈ ਕਰ ਲੈਣਗੇ, 4 ਪੈਸੇ ਕਮਾਉਣ ਜੋਗੇ ਹੋ ਗਏ, ਆਪਣੇ ਪੈਰਾਂ ਦੇ ਉੱਤੇ ਖੜੇ ਹੋ ਗਏ, ਤਾਂ ਸਾਡੀ ਜ਼ਿੰਮੇਵਾਰੀ ਖਤਮ ਹੋ ਗਈ। ਅਸੀਂ ਦੇਖਦੇ ਹਾਂ ਬੱਚਾ ਸਕੂਲ ਸਵੇਰੇ ਉੱਠਦੇ ਸਾਰ ਟਿਊਸ਼ਨ,
ਬਾਅਦ ਦੇ ਵਿੱਚ ਸਕੂਲ, ਸਾਰੀ ਦਿਹਾੜੀ ਸਕੂਲ ਤੋਂ ਘਰ ਮਗਰੋਂ ਆਉਂਦਾ, ਪਹਿਲਾਂ ਟਿਊਸ਼ਨ ਪੜ੍ਹਾਉਣ ਵਾਲੇ ਫਿਰ ਬੈਠੇ ਹੁੰਦੇ। ਅਸੀਂ ਇਹਨਾਂ ਚੀਜ਼ਾਂ ਦੇ ਨਾਲ ਨਾਲ ਬੱਚਿਆਂ ਦੇ ਜੀਵਨ ਦੇ ਵਿੱਚ ਚੰਗੇ ਗੁਣ ਕਿਉਂ ਨਹੀਂ ਭਰ ਰਹੇ, ਚੰਗਿਆਈ ਵਾਲਾ ਪੱਖ ਕਿਉਂ ਨਹੀਂ ਭਰ ਰਹੇ? ਬੱਚਿਆਂ ਦੇ ਉੱਤੇ ਪੜ੍ਹਾਈ ਦਾ ਬੋਝ ਪਾਉਣ ਦੀ ਬਜਾਏ ਬੱਚਿਆਂ ਨੂੰ ਪੜ੍ਹਾਈ ਦਾ ਮਹੱਤਵ ਕਿਉਂ ਨਹੀਂ ਦੱਸਿਆ ਜਾਂਦਾ? ਅਸੀਂ ਇਹ ਤਾਂ ਕਹਿ ਰਹੇ ਹਾਂ ਵੀ ਭਾਈ ਪਾਠ ਕਰਿਆ ਕਰੋ, ਪਾਠ ਕਰਨ ਦਾ ਮਹੱਤਵ ਉਹਨਾਂ ਨੂੰ ਦੱਸੀਏ, ਪਾਠ ਕਰਨ ਦਾ, ਸਿਮਰਨ ਕਰਨ ਦਾ ਉਹਨਾਂ ਨੂੰ ਮਹੱਤਵ ਦੱਸੀਏ, ਇਹਦੀ ਵਿਸ਼ੇਸ਼ਤਾ ਦੱਸੀਏ। ਜਿਹਨੇ ਇਹਦੀ ਵਿਸ਼ੇਸ਼ਤਾ ਸਮਝ ਲਈ, ਜਿਹਨੇ ਇਸ ਦੀ ਵਡਿਆਈ ਦਾ ਪਤਾ ਲੱਗ ਗਿਆ ਵੀ ਪਾਠ ਕਰਨ ਦੀ ਕੀ ਵਡਿਆਈ, ਕੀ ਬਖਸ਼ਿਸ਼ਾਂ ਨੇ, ਤਾਂ ਸਾਨੂੰ ਫਿਰ ਬੱਚਿਆਂ ਨੂੰ ਕਹਿਣਾ ਨਹੀਂ ਪਵੇਗਾ। ਬੱਚਾ ਆਪ ਉਹ ਚੀਜ਼ ਨੂੰ ਸਮਝ ਕੇ ਆਪ ਆ ਕੇ ਪਾਠ ਕਰੇਗਾ, ਸਗੋਂ ਤੁਹਾਨੂੰ ਵੀ ਕਹੇਗਾ ਵੀ ਭਾਈ ਪਾਠ ਕਰਿਆ ਕਰੋ। ਇਹ ਬਰਕਤਾਂ ਹੁੰਦੀਆਂ ਨੇ, ਇਹ ਬਖਸ਼ਿਸ਼ਾਂ ਹੁੰਦੀਆਂ ਨੇ। ਹੁਣ ਬੱਚਿਆਂ ਦੇ ਉੱਤੇ ਪੜ੍ਹਾਈ ਦਾ ਬੋਝ ਪਾਇਆ ਜਾਂਦਾ ਤੇ ਉਹ ਬੋਝ ਦੇ ਕਾਰਨ ਉਹਨਾਂ ਨੂੰ ਉਹ ਫਿਰ ਪੜ੍ਹਾਈ ਕਰਨੀ ਵੀ ਇੱਕ ਸਜ਼ਾ ਕੱਟਣ ਦੇ ਵਾਂਗ ਲੱਗਦੀ ਹੈ। ਕਿਉਂ? ਕਿਉਂਕਿ ਸਾਡੇ ਸਮਾਜ ਦਾ ਇੱਕ ਢਾਂਚਾ ਇਹੋ ਜਿਹਾ ਬਣ ਗਿਆ, ਬੱਚਿਆਂ ਦੇ ਵਿੱਚ, ਸਾਡਿਆਂ ਦੇ ਵਿੱਚ ਇਹ ਚੀਜ਼ ਜ਼ਿਆਦਾ ਭਰ ਦਿੱਤੀ ਗਈ ਵੀ ਦੇਖ ਲਈ ਵੀ ਜੇਕਰ ਉਹ ਦੂਜੇ ਬੱਚੇ ਦੇ ਨਾਲੋਂ ਤੇਰੇ ਨੰਬਰ ਘੱਟ ਆ ਗਏ ਫਿਰ ਆਪਣਾ ਪੜ੍ਹਿਆ ਵਿਚਾਰ ਲਈ। ਅਸੀਂ ਇਹ ਨਹੀਂ ਕਹਿੰਦੇ ਵੀ ਕੋਈ ਨਹੀਂ ਪੁੱਤ ਧਿਆਨ ਨਾਲ ਪੜ੍ਹੀ, ਜੋ ਕੁਝ ਵੀ ਪੜ੍ਹਿਆ ਨਾ ਇਹੋ ਜਿਹਾ ਪੜ੍ਹਨਾ, ਜ਼ਿਆਦਾ ਪੜ੍ਹਨ ਨਾਲੋਂ ਘੱਟ ਪੜ੍ਹ ਲਈ, ਪਰ ਪੜ੍ਹੀ ਸਮਝ ਕੇ। ਅਸੀਂ ਕਈ ਵਾਰੀ ਕਹਿ ਦਿੰਦੇ ਵੀ ਭਾਈ ਅਸੀਂ ਤਾਂ ਰੋਜ਼ਾਨਾ 5 ਸੁਖਮਨੀ ਸਾਹਿਬ ਦੇ ਪਾਠ ਕਰਦੇ ਹਾਂ, ਮੈਂ ਬਾਣੀ ਪੜ੍ਹਨ ਤੋਂ ਨਹੀਂ ਰੋਕਦਾ। ਜੇ ਉਹ 5 ਸੁਖਮਨੀ ਸਾਹਿਬ ਦੇ ਪਾਠ ਦਿਨ ਦੇ ਵਿੱਚ ਇੱਕ ਕੀਤੇ ਨੇ, ਜੇਕਰ ਉਹਨਾਂ ਦੇ 5 ਦੇ ਵਿੱਚੋਂ 4 ਪਾਠ ਕਰ ਲਏ ਤੇ ਇੱਕ ਪਾਠ ਅਸੀਂ ਵਿਚਾਰ ਵੀ ਲਿਆ, 5 ਪਾਠ ਕਰਦੇ ਨੇ ਨਾ, 4 ਪਾਠ ਕਰ ਲਈਏ ਤੇ ਇੱਕ ਪਾਠ ਦੀ ਜਗ੍ਹਾ ਅਸੀਂ ਰੋਜ਼ ਸੁਖਮਨੀ ਸਾਹਿਬ ਦੀ ਇੱਕ ਪੌੜੀ ਜਾਂ ਇੱਕ ਸ਼ਲੋਕ ਵਿਚਾਰਨ ਲੱਗ ਜਾਈਏ ਤਾਂ ਸਾਡਾ ਜੀਵਨ ਹੋਰ ਬਦਲ ਜਾਵੇਗਾ। ਤੇ ਜਦੋਂ ਫਿਰ ਅਸੀਂ ਇਸ ਤਰ੍ਹਾਂ ਇੱਕ ਇੱਕ ਸ਼ਲੋਕ ਨੂੰ, ਇੱਕ ਇੱਕ ਪੰਕਤੀ ਨੂੰ ਵਿਚਾਰਨ ਲੱਗ ਪਏ ਨਾ, ਤਾਂ ਸਾਨੂੰ ਪਾਠ ਕਰਨ ਦਾ ਰਸ ਵੀ ਆਵੇਗਾ ਤੇ ਸਾਡਾ ਮਨ ਆਪਣੇ ਆਪ ਲੱਗ ਜਾਣਾ, ਸਾਡਾ ਮਨ ਆਪ ਹੀ ਟਿਕ ਜਾਣਾ। ਜਿਹੜਾ ਅੱਜ ਸਵਾਲ ਕਰਦੇ ਨੇ ਵੀ ਭਾਈ ਪਾਠ ਕਰਦੇ ਸਾਡਾ ਮਨ ਨਹੀਂ ਟਿਕਦਾ, ਜਦੋਂ ਅਰਥ ਪੜਾਂਗੇ, ਅਰਥਾਂ ਦੀ ਸਮਝ ਆ ਗਈ, ਜਦੋਂ ਤੁਸੀਂ ਫਿਰ ਪਾਠ ਕਰੋਗੇ ਨਾ, ਤੁਹਾਨੂੰ ਆਪ ਮੁਹਾਰੇ ਤੁਹਾਡੀ ਸੁਰਤ ਉੱਥੋਂ ਤੱਕ ਚਲੇ ਜਾਣੀ ਵੀ ਲੈ ਬਈ ਆਹ ਨੁਕਤਾ ਸੀ ਅਸਲ ਦੇ ਵਿੱਚ, ਆਹ ਪਾਤਸ਼ਾਹ ਜੀ ਮੈਨੂੰ ਸਮਝਾਉਣਾ ਚਾਹੁੰਦੇ ਸੀ, ਆਹ ਗੱਲ ਮੇਰੇ ਜੀਵਨ ਦੇ ਵਿੱਚ ਭਰਨੀ ਚਾਹੁੰਦੇ ਸੀ। ਹੁਣ ਆਇਆ ਵੈਦ ਇਲਾਜ ਕਰਨ ਦੇ ਲਈ ਸੀ, ਪਰ ਪਾਤਸ਼ਾਹ ਜੀ ਕਹਿੰਦੇ ਭਾਈ ਪਹਿਲਾਂ ਤੂੰ ਮੈਨੂੰ ਦੱਸ ਵੀ ਤੂੰ ਰੋਗ ਰਹਿਤ ਹੈ, ਤੇਰੇ ਜੀਵਨ ਦੇ ਵਿੱਚ ਚੰਗੇ ਗੁਣ ਨੇ, ਤੂੰ ਵੀ ਕਿਸੇ ਨਾ ਕਿਸੇ ਲਾਲਚ ਕਰਕੇ ਇੱਥੋਂ ਤੱਕ ਪਹੁੰਚਿਆ ਵੀ ਲੈ ਭਾਈ ਪਟਵਾਰੀ ਦਾ ਪੁੱਤਰ ਬਿਮਾਰ ਹੋ ਗਿਆ ਤੇ ਮੈਂ ਇਲਾਜ ਕਰਾਂਗਾ ਤੇ ਮੂੰਹ ਮੰਗੀ ਕੀਮਤ ਲੈ ਕੇ ਆਊਂਗਾ। ਕਹਿੰਦੇ ਲਾਲਚ ਦਾ ਸ਼ਿਕਾਰ ਦਾ ਤਾਂ ਤੂੰ ਖੁਦ ਸੀ, ਦੂਜਿਆਂ ਦਾ ਇਲਾਜ ਕੀ ਕਰਨਾ। ਪਾਤਸ਼ਾਹ ਜੀ ਨੇ ਬਹੁਤ ਸੋਹਣਾ ਨੁਕਤਾ ਉਸ ਵੈਦ ਨੂੰ ਸਮਝਾਇਆ। ਭਲਾ ਸੀ ਉਹ ਵੈਦ ਜਿਹੜਾ ਗੁਰੂ ਸਾਹਿਬ ਜੀ ਦੀ ਗੱਲ ਮੰਨ ਕੇ ਗੱਲ ਦੇ ਉੱਤੇ ਪਹਿਰਾ ਦੇਣ ਨੂੰ ਤਿਆਰ ਹੋ ਗਿਆ। ਤੇ ਅਸੀਂ ਦਾਅਵਾ ਕਰਦੇ ਵੀ ਭਾਈ ਅਸੀਂ ਗੁਰੂ ਦੇ ਸਿੱਖ ਹਾਂ, ਮਾਫ ਕਰਨਾ ਸਾਨੂੰ ਇੱਕ ਓਅੰਕਾਰ ਦਾ ਵੀ ਹਜੇ ਤੱਕ ਪਤਾ ਨਹੀਂ ਲੱਗਾ ਵੀ ਇੱਕ ਓਅੰਕਾਰ ਦਾ ਮਤਲਬ ਕੀ ਹੈ, ਉੱਤੇ ਚੱਲਣਾ ਕਿੱਦਾਂ, ਉਹਨੂੰ ਧਾਰਨ ਕਿੱਦਣ ਕਰਨਾ। ਸਭ ਨੂੰ ਇੰਨਾ ਕੁ ਤਾਂ ਪਤਾ ਹੀ ਹੈ ਵੀ ਭਾਈ ਪਰਮਾਤਮਾ ਇੱਕ ਹੈ, ਇੱਕ ਓਅੰਕਾਰ ਦਾ ਗੁਰੂ ਸਾਹਿਬ ਜੀ ਨੇ ਇਹੀ ਲਿਖਿਆ ਵੀ ਪਰਮਾਤਮਾ ਇੱਕ ਹੈ, ਉਹ ਆਕਾਰ ਤੋਂ ਰਹਿਤ ਹੈ। ਪਰ ਉਸ ਇੱਕ ਓਅੰਕਾਰ ਨੂੰ ਜੀਵਨ 'ਚ ਕਿੱਦਾਂ ਧਾਰਨ ਕਰਨਾ, ਇੱਥੋਂ ਤੱਕ ਨਹੀਂ ਵਿਚਾਰਦੇ ਅਸੀਂ। ਪਰਮਾਤਮਾ ਇੱਕ ਹੈ ਨਾ, ਉਹ ਕਦੇ ਵੀ ਜਿਹੜੀ ਕੁਦਰਤ ਹੈ ਉਹ ਇਹ ਦੇਖ ਕੇ ਨਿਆਂ ਨਹੀਂ ਕਰਦੀ ਕਿਸੇ ਦੇ ਨਾਲ, ਕੋਈ ਗਰੀਬ ਹੈ ਚਾਹੇ ਕੋਈ ਅਮੀਰ ਹੈ। ਸੂਰਜ ਚੜ ਗਿਆ, ਕਿਸੇ ਸੂਰਜ ਨੇ ਵਿਤਕਰਾ ਨਹੀਂ ਨਾ ਕੀਤਾ ਵੀ ਮੈਂ ਗਰੀਬ ਦੇ ਘਰ ਜ਼ਿਆਦਾ ਰੋਸ਼ਨੀ ਦੇਣੀ ਜਾਂ ਅਮੀਰ ਦੇ ਘਰ ਜ਼ਿਆਦਾ ਰੋਸ਼ਨੀ ਦੇਣੀ। ਉਹ ਪਰਮਾਤਮਾ ਦਾ ਹੁਕਮ ਵਰਤ ਰਿਹਾ ਨਾ, ਜੇ ਸੂਰਜ ਚੜਿਆ ਸਾਰਿਆਂ ਨੂੰ ਇੱਕੋ ਜਿਹੀ ਰੋਸ਼ਨੀ ਮਿਲੇਗੀ। ਜੇ ਹਵਾ ਚੱਲ ਰਹੀ, ਗਰੀਬ ਅਮੀਰ ਦਾ ਜਾਤ ਪਾਤ ਦੇ ਆਧਾਰ ਦੇ ਉੱਤੇ ਵਿਤਕਰਾ ਤਾਂ ਨਹੀਂ ਕਰ ਰਹੀ। ਪਰ ਅਸੀਂ ਕਦੋਂ ਅੰਦਰੋਂ ਬਾਹਰੋਂ ਇੱਕ ਹੋਵਾਂਗੇ, ਇਹ ਵਿਚਾਰਨ ਦੀ ਗੱਲ ਹੈ। ਅਸੀਂ ਜੀਵਨ ਦੇ ਵਿੱਚ ਜਦੋਂ ਅੰਦਰੋਂ ਬਾਹਰੋਂ ਇੱਕ ਹੋ ਗਏ ਤਾਂ ਸਮਝ ਲਵਾਂਗੇ ਵੀ ਭਾਈ ਅਸੀਂ ਇੱਕ ਓਅੰਕਾਰ ਨੂੰ ਸਮਝਿਆ, ਪੜ੍ਹਿਆ, ਵਿਚਾਰਿਆ ਤੇ ਜੀਵਨ ਦੇ ਵਿੱਚ ਉਹਨੂੰ ਮੰਨਿਆ ਵੀ। ਹੁਣ ਬਾਹਰੀ ਤੌਰ ਦੇ ਉੱਤੇ ਤਾਂ ਮੇਰੇ ਵਰਗਾ ਵੀ ਵਧੀਆ ਚੋਲਾ ਪਾ ਕੇ ਉੱਪਰ 'ਚ ਗਾਤਰਾ ਪਾ ਕੇ ਵੀ ਬੈਠ ਜਾਂਦਾ, ਪਰ ਇਹਦੀ ਅਸਲ ਵਿਚਾਰ ਕੀ ਸੀ, ਕਿਸ ਵਾਸਤੇ ਗੁਰੂ ਸਾਹਿਬ ਜੀ ਨੇ ਇਹ
ਸਾਨੂੰ ਬਾਣਾ ਬਖਸ਼ਿਆ ਸੀ, ਇਹ ਦਸਤਾਰ ਬਖਸ਼ੀ ਸੀ, ਉਸ ਵਿਚਾਰ ਤੱਕ ਪਹੁੰਚਣ ਦੀ ਲੋੜ ਹੈ। ਜਦੋਂ ਉਹ ਵਿਚਾਰ ਸਾਡੇ ਅੰਦਰ ਆ ਗਈ ਨਾ, ਜਦੋਂ ਜੀਵਨ ਦੇ ਵਿੱਚ ਬਦਲਾਅ ਹੋ ਗਿਆ, ਫਿਰ ਪਤਾ ਲੱਗੂਗਾ ਵੀ ਹਾਂ ਭਾਈ ਇਸ ਗੱਲ ਕਰਕੇ ਸਾਨੂੰ ਇਹ ਤਾਜ ਬਖਸ਼ਿਆ ਸੀ, ਇਸ ਗੱਲ ਕਰਕੇ ਗੁਰੂ ਸਾਹਿਬ ਜੀ ਨੇ ਸਾਨੂੰ ਖੰਡੇ ਬਾਟੇ ਦੀ ਪੌਲ ਬਖਸ਼ਿਸ਼ ਕੀਤੀ ਸੀ। ਲੋੜ ਹੈ ਉਹਨਾਂ ਨੂੰ ਵਿਚਾਰਨ ਦੀ, ਉੱਥੋਂ ਤੱਕ ਪਹੁੰਚ ਕਰਨ ਦੀ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਇਸ ਵੈਦ ਨੂੰ ਸਮਝਾਉਣਾ ਕੀਤਾ ਸੀ ਵੀ ਭਾਈ ਤੂੰ ਕਹਿਣਾ ਸੀ ਨਾ, ਮੈਨੂੰ ਪੁੱਛਦਾ ਸੀ ਵੀ ਤੁਹਾਨੂੰ ਖਾਂਸੀ ਤਾਂ ਨਹੀਂ ਲੱਗੀ। ਕਹਿੰਦੇ ਜਿਹੜੇ ਜੀਵਨ ਦੇ ਵਿੱਚ ਵਿਸ਼ੇ ਵਿਕਾਰ ਨੇ ਨਾ, ਲਾਲਚ ਹੈ, ਬਾਹਰੀ ਤੌਰ ਦੇ ਉੱਤੇ ਜੇਕਰ ਤੈਨੂੰ ਖਾਂਸੀ ਲੱਗੀ ਹੋਈ ਤੇ ਤੂੰ ਦਵਾਈ ਲੈ ਕੇ ਇਲਾਜ ਕਰ ਲਵੇਂਗਾ, ਪਰ ਜਿਹੜੇ ਤੇਰੇ ਜੀਵਨ ਦੇ ਵਿੱਚ ਮਨ ਨੂੰ ਲਾਲਚ ਲੱਗਾ ਹੋਇਆ ਨਾ, ਇਹ ਖਾਂਸੀ ਨਾਲੋਂ ਵੀ ਭੈੜਾ। ਚੇਤੇ ਰੱਖੀ, ਇਹ ਲਾਲਚ ਇੰਨਾ ਵੱਧ ਜਾਵੇਗਾ ਨਾ, ਤੂੰ ਜੇਕਰ ਇਹਨੂੰ ਛੱਡਣਾ ਵੀ ਚਾਹੇ ਫਿਰ ਤੇ ਤੂੰ ਛੱਡਿਆ ਨਹੀਂ ਜਾਣਾ, ਤੂੰ ਇੰਨਾ ਇਹਦਾ ਸ਼ਿਕਾਰ ਹੋ ਜਾਵੇਂਗਾ। ਤੇ ਫਿਰ ਪਾਤਸ਼ਾਹ ਜੀ ਆਖਦੇ ਨੇ ਕਿ ਦਿਨ ਪ੍ਰਤ ਵਰਦਤ ਕਬ ਨਾ ਵਿਨਾਸ਼ੀ। ਕਹਿੰਦੇ ਕਦੀ ਖਤਮ ਨਹੀਂ ਹੁੰਦਾ ਫਿਰ ਮਨੁੱਖ ਦਾ ਲਾਲਚ। ਅੱਜ ਦੁਕਾਨ ਦੇ ਉੱਤੇ ਮੰਨ ਲਓ ਅਸੀਂ ਸਾਰੇ ਕੰਮਕਾਜ ਕਰਕੇ ਆਏ ਆ, ਹੁਣ ਮੇਰੀ ਗੱਲ ਦਾ ਬੁਰਾ ਨਾ ਮਨਾਇਓ, ਅੱਜ ਸਾਡੇ ਦੁਕਾਨ ਦੀ ਸੇਲ ਮੰਨ ਲਓ 10,000 ਰੁਪਇਆ, ਇੱਛਾ ਹੋ ਗਈ ਭਾਈ ਕੱਲ ਨੂੰ 15,000 ਹੋ ਗਏ, ਹੋ ਵੀ ਗਈ 15,000 ਸੇਲ, ਔਰ ਮਨ ਦੇ ਵਿੱਚ ਲਾਲਚ ਫਿਰ ਵਧੀ ਜਾਂਦਾ ਵੀ 15,000 ਘੱਟ ਹੈ, ਹੁਣ 50,000 ਤੱਕ ਪਹੁੰਚਣੀ ਚਾਹੀਦੀ ਇੱਕ ਦਿਨ ਦੀ। ਜਦੋਂ ਸਬਰ ਸੰਤੋਖ ਆ ਗਿਆ ਨਾ, ਜੋ ਕੁਝ ਮਿਲ ਗਿਆ ਅਸੀਂ ਉਸ ਦੇ ਨਾਲ ਗੁਜ਼ਾਰਾ ਕਰਨਾ ਸਿੱਖ ਲਵਾਂਗੇ। ਅਸੀਂ ਲੋੜ ਤੋਂ ਵੱਧ ਆਪਣੀਆਂ ਲੋੜਾਂ ਆਪ ਵਧਾਈਆਂ ਨੇ। ਸਾਨੂੰ ਜੇਕਰ ਪਤਾ ਨਾ ਵੀ ਕਿਸੇ ਚੀਜ਼ ਦੇ ਨਾਲ ਸਾਡਾ ਇੱਥੋਂ ਤੱਕ ਗੁਜ਼ਾਰਾ ਹੋ ਜਾਂਦਾ, ਅਸੀਂ ਉਸ ਨੂੰ ਛੱਡ ਕੇ ਆਪਣਾ ਸਮਾਜ ਦੇ ਵਿੱਚ ਸਟੇਟਸ ਬਰਕਰਾਰ ਰੱਖਣ ਦੇ ਲਈ ਉਹ ਸਾਰਾ ਕੁਝ ਆਮ ਚੀਜ਼ ਨੂੰ ਛੱਡ ਕੇ ਕਿਸੇ ਖਾਸ ਚੀਜ਼ ਵੱਲ ਜ਼ਿਆਦਾ ਤਵੱਜੋ ਦਿੰਦੇ ਆ, ਜਿਸ ਦੇ ਕਾਰਨ ਅਸੀਂ ਆਪਣੇ ਮਨ ਕਰਕੇ ਜ਼ਿਆਦਾ ਦੁਖੀ ਹੁੰਦੇ ਹਾਂ। ਤੇ ਫਿਰ ਮਨ ਦੇ ਵਿੱਚ ਇੱਦਾਂ ਵੀ ਆਉਂਦਾ ਵੀ ਭਾਈ ਨਾਲ ਦੇ ਵਾਲਾ ਮੇਰੇ ਨਾਲੋਂ ਵੱਧ ਤਰੱਕੀ ਕਿਵੇਂ ਕਰ ਗਿਆ। ਤੇ ਗੁਰੂ ਸਾਹਿਬ ਜੀ ਨੇ ਉਹੀ ਸਮਝਾਇਆ ਸੀ ਵੈਦ ਨੂੰ, ਤੇਰੇ ਮਨ ਦੇ ਵਿੱਚ ਸਬਰ ਸੰਤੋਖ ਹੋਵੇਗਾ ਨਾ, ਤੂੰ ਦੁਨੀਆ ਦੇ ਨਾਲ ਜਿਵੇਂ ਤੂੰ ਆਪਣੇ ਸੱਜਣਾ ਮਿੱਤਰਾਂ ਦੇ ਨਾਲ ਵਿਚਰਦਾ, ਇਸ ਤਰ੍ਹਾਂ ਬਾਕੀ ਦੁਨੀਆ ਦੇ ਨਾਲ ਵਿਚਰੇਗਾ ਨਾ, ਤੈਨੂੰ ਕੋਈ ਵੀ ਚੀਜ਼ ਤੈਨੂੰ ਪਰੇਸ਼ਾਨ ਨਹੀਂ ਕਰ ਸਕਦੀ। ਤੇ ਇਹ ਜੀਵਨ ਦੇ ਵਿੱਚ ਗੁਣ ਤਾਂ ਹੀ ਆਣਾ ਜੇਕਰ ਪਰਮਾਤਮਾ ਦੀ ਬੰਦਗੀ ਕਰੇਗਾ। ਜੇ ਪਰਮਾਤਮਾ ਦੀ ਬੰਦਗੀ ਛੱਡਤੀ ਨਾ, ਦਿਨੋਂ ਦਿਨ ਤੇਰੇ ਜੀਵਨ ਦੇ ਵਿੱਚ ਸਾਰਾ ਕੁਝ ਵੱਧਦਾ ਜਾਵੇਗਾ। ਮਿਥਿਆ ਸਭੇ ਪਦਾਰਥ ਜਾਨੀ, ਇਹ ਚਟਣੀ ਤੈ ਕਰੇ ਹਾਨੀ। ਤੇ ਪਾਤਸ਼ਾਹ ਜੀ ਕਹਿੰਦੇ ਵੀ ਲਾਲਚ ਕਰਨਾ, ਵਿਸ਼ੇ ਵਿਕਾਰ, ਮਾਇਕ ਪਦਾਰਥਾਂ ਦਾ ਮੋਹ ਕਰਨਾ, ਕਹਿੰਦੇ ਸਾਰਾ ਕੁਝ ਝੂਠ ਹੈ। ਇਹ ਗੱਲ ਆਪਣੇ ਪੱਲੇ ਨਾਲ ਪੱਕੀ ਬੰਨ ਲਾ, ਇਹ ਸਾਰਾ ਕੁਝ ਝੂਠ ਹੈ, ਇੱਕ ਨਾ ਇੱਕ ਦਿਨ ਖਤਮ ਹੋ ਜਾਣਾ। ਝੂਠ ਦੀ ਕੋਈ ਬੁਨਿਆਦ ਨਹੀਂ ਹੁੰਦੀ, ਝੂਠ ਵਿਕ ਵੀ ਸਕਦਾ, ਝੂਠ ਸਮਾਂ ਪੈਣ ਦੇ ਉੱਤੇ ਖਤਮ ਵੀ ਹੋ ਜਾਂਦਾ, ਪਰ ਜਿਹੜਾ ਸੱਚ ਹੈ ਉਹ ਨਾ ਕਦੇ ਵਿਕਦਾ ਤੇ ਨਾ ਕਦੇ ਖਤਮ ਹੁੰਦਾ। ਤੇ ਕਹਿੰਦੇ ਇਸੇ ਤਰ੍ਹਾਂ ਕਹਿੰਦੇ ਚਟਣੀ ਤਹਿ ਕਰੇ ਹਾਨੀ। ਕਹਿੰਦੇ ਲਾਲਚ ਕਰਨ ਦੇ ਨਾਲ ਜਦੋਂ ਮਨੁੱਖ ਲਾਲਚ ਵਸ ਪੈ ਕੇ ਕੋਈ ਕੰਮ ਕਰਦਾ ਨਾ, ਇਹ ਉਸ ਦੀ ਜੀਭ ਨੂੰ ਸਵਾਦ ਵੀ ਲੱਗਦਾ। ਹੁਣ ਨਸ਼ਾ ਜਿਹੜਾ ਕਰਦਾ ਉਹਨੂੰ ਨਸ਼ਾ ਕਰਨਾ ਚੰਗਾ ਲੱਗਦਾ, ਉਹਨੂੰ ਸਵਾਦ ਲੱਗਦਾ, ਪਰ ਜਦੋਂ ਸਮਾਂ ਆ ਜਾਂਦਾ ਉਹ ਜੀਭ ਦਾ ਸਵਾਦ ਉਸ ਦੇ ਸਰੀਰ ਨੂੰ ਗਾਲ ਦਿੰਦਾ ਅੰਦਰੋਂ ਅੰਦਰੀ। ਕਿਤੇ ਲੀਵਰ ਖਤਮ ਹੋ ਗਿਆ, ਕਿਤੇ ਗੁਰਦੇ, ਕਿਤੇ ਕੁਛ, ਸਰੀਰ ਦੇ ਸਾਰੇ ਅੰਗ ਅੰਦਰ ਤੌਰ ਦੇ ਉੱਤੇ ਮਾਸਪੇਸ਼ੀਆਂ ਖਤਮ ਹੋ ਜਾਂਦੀਆਂ ਨੇ। ਕਹਿੰਦੇ ਕਰਨ ਨੂੰ ਚੀਜ਼ਾਂ ਚਟਪਟੀਆਂ ਲੱਗਦੀਆਂ ਨੇ, ਕਿਸੇ ਦੇ ਪਰਾਏ ਤਨ ਨੂੰ ਦੇਖਣਾ ਸਾਡੇ ਮਨ ਦੇ ਵਿੱਚ ਇੱਕ ਪਲ ਦੇ ਲਈ ਖੁਸ਼ੀ ਪੈਦਾ ਕਰ ਸਕਦਾ, ਕਿਸੇ ਦਾ ਪਰਾਇਆ ਧਨ ਦੇਖ ਕੇ ਮਨ ਦੇ ਵਿੱਚ ਵਿਕਾਰ ਪੈਦਾ ਹੋ ਗਿਆ। ਕਹਿੰਦੇ ਦੇਖਣ ਨੂੰ ਸਾਰਾ ਕੁਝ ਤੇਰੀਆਂ ਅੱਖਾਂ ਨੂੰ ਚੰਗਾ ਲੱਗਦਾ, ਪਰ ਯਾਦ ਰੱਖਣਾ ਸਭ ਤੋਂ ਵੱਡੀ ਹਾਨੀ, ਸਭ ਤੋਂ ਵੱਡਾ ਨੁਕਸਾਨ ਇਹਨਾਂ ਚੀਜ਼ਾਂ ਦੇ ਕਾਰਨ ਹੀ ਹੁੰਦਾ। ਇਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵੈਦ ਨੂੰ ਸਮਝਾਉਂਦੇ ਨੇ। ਕੱਲ ਵੀ ਬੇਨਤੀ ਕੀਤੀ ਸੀ ਕਿ ਵੈਦ ਨੂੰ ਪਾਸੇ ਕਰਕੇ ਅਸੀਂ ਆਪਣੇ ਆਪ ਨੂੰ ਉੱਥੇ ਰੱਖੀਏ, ਵੀ ਗੁਰੂ ਸਾਹਿਬ ਜੀ ਸਾਨੂੰ ਉਪਦੇਸ਼ ਕਰਦੇ ਨੇ, ਅਸੀਂ ਬੈਠੇ ਹੋਏ ਆ ਤੇ ਸਾਡੇ ਮਨ ਦੇ ਰੋਗਾਂ ਦਾ ਇਲਾਜ ਗੁਰੂ ਸਾਹਿਬ ਜੀ ਕਰ ਰਹੇ ਨੇ, ਤਾਂ ਫਿਰ ਸਾਨੂੰ ਸੌਖੇ ਤਰੀਕੇ ਦੇ ਨਾਲ ਸਮਝ ਆ ਜਾਵੇਗੀ। ਇੱਥੋਂ ਤੱਕ ਦਾ ਪ੍ਰਸੰਗ ਅਸੀਂ ਅੱਜ ਦੇ ਦੀਵਾਨਾਂ ਦੇ ਵਿੱਚ ਸਰਵਣ ਕਰ ਚੁੱਕੇ ਹਾਂ। ਰਹਿੰਦਾ ਪ੍ਰਸੰਗ ਅਸੀਂ ਕੱਲ ਦੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਤੇ ਹੋਰ ਕੀ ਕੀ ਨੁਕਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਵੈਦ ਦੇ ਨਾਲ ਸਾਂਝੇ ਕੀਤੇ, ਕਿਵੇਂ ਵੈਦ ਦੇ ਜੀਵਨ ਦੇ ਵਿੱਚ ਬਦਲਾਅ ਆਉਂਦਾ, ਰਹਿੰਦੀਆਂ ਵਿਚਾਰਾਂ ਅਗਲੇਰੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਗੁਰੂ ਕਿਰਪਾ ਕਰੇ ਆਪ ਜੀ ਇਸੇ ਤਰ੍ਹਾਂ ਆਪਣੇ ਨਿੱਜੀ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢ ਕੇ ਗੁਰੂ ਘਰ ਦੀਆਂ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਗੁਰੂ ਦੇ ਲੇਖੇ ਲਾਉਣਾ, ਤਾਂ ਜੋ ਸਾਡੇ ਜੀਵਨ ਦੇ ਵਿੱਚ ਵੀ ਬਦਲਾਅ ਆ ਸਕੇ, ਅਸੀਂ ਵੀ ਹੌਲੀ ਹੌਲੀ ਇੱਕ ਇੱਕ ਨੁਕਤਾ ਗੁਰੂ ਦਾ ਆਪਣੇ ਜੀਵਨ ਦੇ ਅੰਦਰ ਧਾਰਨ ਕਰ ਸਕੀਏ, ਸਾਡੇ ਮਨ ਦੇ ਵਿੱਚ ਵੀ ਟਿਕਾ ਸਕੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ।
ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।